ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਫਰਮਾਨ ਕਰਦੇ ਹੈ, ਦੱਸਦੇ ਆ ਕਿ ਇਹ ਗੁਰਮੰਤਰ ਸ਼ਬਦ ਦੀ ਵਿਭੂਤ ਤੁਸੀਂ ਸਰੀਰ ਦੇ ਉੱਪਰ ਚੜਾਉਣੀ ਹੈ, ਮਨ ਦੇ ਸਰੀਰ ਉੱਪਰ। ਵਿਭੂਤ ਤੋਂ ਭਾਵ ਹੈ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਭਗਤੀ ਦਾ ਭੇਤ ਨਹੀਂ ਸੀ ਹੁੰਦਾ ਤੇ ਸਰੀਰ ਦੇ ਬਾਹਰ ਜਾਂ ਤਾਂ ਸਵਾਹ ਨੂੰ ਮਲ ਕੇ ਜਾਂ ਚੰਦਨ ਦਾ ਲੇਪ ਕਰਕੇ ਜਾਂ ਤਰ੍ਹਾਂ ਤਰ੍ਹਾਂ ਦੇ ਸੁਗੰਧਤ ਤੱਤਾਂ ਨੂੰ ਮਿਲਾ ਕੇ ਤੇ ਸਰੀਰ ਦੇ ਉੱਤੇ ਮਲ ਕੇ ਤੇ ਮਾਲਕ ਨੂੰ ਖੁਸ਼ ਕਰਨ ਲਈ ਭਗਤੀ ਕੀਤੀ ਜਾਂਦੀ ਸੀ। ਉਹਨੂੰ ਵਿਭੂਤੀ ਕਹਿ ਦਿੰਦੇ ਹੁੰਦੇ ਸੀ। ਜਾਂ ਜਦੋਂ ਕੋਈ ਜੋਗੀ ਉਹ ਡੇਰੇ ਤੇ ਜਾ ਕੇ ਜੋਗ ਲੈ ਲੈਂਦਾ, ਉਹਦੇ ਵੀ ਸਰੀਰ ਦੇ ਉੱਤੇ ਵਿਭੂਤ ਮਲ ਦਿੱਤੀ ਜਾਂਦੀ ਸੀ। ਪਰ ਮਹਾਰਾਜ ਜੀ ਕਹਿੰਦੇ ਆ ਕਿ ਨਾ ਤਾਂ ਅਕਾਲ ਪੁਰਖ ਜਿਹੜੇ ਆ ਇਹ ਸਵਾਹ ਦੇ ਨਾਲ ਖੁਸ਼ ਹੋਣ, ਨਾ ਚੰਦਨ ਦੇ ਲੇਪ ਨਾਲ ਖੁਸ਼ ਹੋਣ, ਨਾ ਕੋਈ ਸੁਗੰਧਤ ਹੋਰ ਤੱਤਾਂ ਦਾ ਲੇਪ ਤੁਸੀਂ ਕਰ ਲਵੋ, ਉਹਦੇ ਨਾਲ ਮਾਲਕ ਖੁਸ਼ ਹੁੰਦਾ ਹੈ। ਮਾਲਕ ਨੇ ਖੁਸ਼ ਹੋਣਾ ਹੈ ਮਨ ਦੇ ਸ਼ਿੰਗਾਰ ਦੇ ਨਾਲ, ਕਿਉਂਕਿ ਮਾਲਕ ਦੇ ਨਾਲ ਮਿਲਾਪ ਹੀ ਮਨ ਨੇ ਕਰਨਾ ਹੈ। ਤਨ ਮਾਲਕ ਦੇ ਨਾਲ ਮਿਲਾਪ ਨਹੀਂ ਕਰ ਸਕਦਾ। ਤਨ ਤਾਂ ਇੱਕ ਦ੍ਰਿਸ਼ਟਮਾਨ ਆਕਾਰ ਹੈ। ਤਨ ਤਾਂ ਮਾਲਕ ਦੇ ਨਾਲ ਮਿਲਾਪ ਕਰਾਉਣ ਦਾ ਇੱਕ ਜਰੀਆ ਹੈ। ਜੋ ਯਾਤਰਾ ਤੇ ਚੱਲਿਆ ਹੋਇਆ ਉਹ ਮਨ ਚੱਲਿਆ ਹੋਇਆ, ਤਨ ਨਹੀਂ ਚੱਲਿਆ ਹੋਇਆ। ਤਨ ਤਾਂ ਇੱਥੇ ਇੱਕ ਜਰੀਆ ਹੈ, ਇੱਕ ਖੇਲ ਖੇਲਣ ਦਾ ਇੱਕ ਮੈਦਾਨ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਹਿੰਦੇ ਇਹ ਕਿਸੇ ਵੀ ਯਤਨਾਂ ਦੇ ਨਾਲ ਤੁਸੀਂ ਸੀਤਲ ਨਹੀਂ ਹੋਣਾ। ਸੀਤਲ ਹੋਣਾ ਤਾਂ ਜਪੰਦੜੋ ਹਰ ਨਾਮ, ਮਾਲਕ ਦੇ ਨਾਮ ਜਪਣ ਦੇ ਨਾਲ ਹੋਣਾ ਤੁਸੀਂ। ਫਿਰ ਮਹਾਰਾਜ ਕਹਿੰਦੇ, ਪੂਰੇ ਭਾਗ ਸਤਿਗੁਰ ਪਾਈਏ, ਜੇ ਹਰ ਪ੍ਰਭ ਬਖਸ਼ ਕਰੇ, ਉਪਾਵਾਂ ਸਿਰ ਉਪਾਓ ਹੈ, ਨਾਉ ਪ੍ਰਾਪਤ ਹੋਏ। ਅੰਦਰ ਸੀਤਲ ਸ਼ਾਂਤ ਹੈ, ਹਿਰਦੇ ਸਦਾ ਸੁਖ ਹੋਏ, ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਈ। ਕਹਿੰਦੇ ਉਪਾਵਾਂ ਸਿਰ ਉਪਾਓ ਹੈ, ਸਭ ਤੋਂ ਵੱਡਾ ਉਪਾਅ ਹੈ ਜੇ ਅੰਤਰਗਤ ਤੁਸੀਂ ਨਾਮ ਨੂੰ ਪ੍ਰਾਪਤ ਕਰ ਲਿਆ। ਪਰ ਉਹ ਨਾਮ ਪ੍ਰਾਪਤ ਹੋਣਾ ਕਿ ਸਭ ਤੋਂ ਪਹਿਲੋਂ ਵਾਹਿਗੁਰੂ ਗੁਰਮੰਤਰ ਦਾ ਵਿਭੂਤ ਇਸ ਮਨ ਦੇ ਉੱਪਰ ਚੜਾਉਣਾ ਪੈਣਾ। ਵਿਭੂਤ ਤੋਂ ਭਾਵ ਹੈ ਜਦੋਂ ਸਾਡਾ ਸ਼ਬਦ ਗੁਰਮੰਤਰ, ਇਹ ਵਾਹਿਗੁਰੂ ਸ਼ਬਦ ਰੋਮ ਰੋਮ ਪਰਪੱਕ ਹੋ ਜਾਂਦਾ ਹੈ, ਰੋਮਾਂ ਦੇ ਵਿੱਚੋਂ ਵਾਹਿਗੁਰੂ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਉਦੋਂ ਗੁਰਮੰਤਰ ਦੀ ਵਿਭੂਤੀ ਚੜ ਜਾਂਦੀ ਹੈ। ਫਿਰ ਵਿਭੂਤ ਚੜ੍ਹਦੀ ਹੈ, ਰੋਮ ਰੋਮ ਦੇ ਵਿੱਚ ਗੁਰਮੰਤਰ ਦਾ ਸ਼ਿੰਗਾਰ ਹੋ ਜਾਂਦਾ ਹੈ। ਗੁਰਮੁਖ ਦੇ ਰੋਮ ਰੋਮ ਦੇ ਵਿੱਚ ਸਿਮਰਨ ਦਾ ਸ਼ਿੰਗਾਰ ਹੁੰਦਾ ਹੈ, ਵਾਹਿਗੁਰੂ ਗੁਰਮੰਤਰ ਦਾ ਸ਼ਿੰਗਾਰ ਹੁੰਦਾ ਹੈ। ਉਸ ਸ਼ਿੰਗਾਰ ਤੋਂ ਖੁਸ਼ ਹੋਇਆ ਮਾਲਕ ਉਹਨੂੰ ਫਿਰ ਨਾਮ ਦਾ ਖਜ਼ਾਨਾ ਦਿੰਦਾ ਹੈ। ਉਹਨੂੰ ਫਿਰ ਉਹ ਨਾਮ ਦਾ ਦਾਨ ਕਰਦਾ ਹੈ, ਜਿਹਨੂੰ ਆਪਾਂ ਰੋਜ਼ ਦਾ ਰੋਜ਼ ਅਰਦਾਸ ਦੇ ਵਿੱਚ ਵੀ ਪੜ੍ਹਦੇ ਹਾਂ, ਦਾਨਾ ਸਿਰ ਦਾਨ ਨਾਮ ਦਾਨ। ਦਾਨਾਂ ਤੋਂ ਵੱਡਾ, ਸਭ ਤੋਂ ਵੱਡਾ ਦਾਨ ਹੈ ਜਦੋਂ ਸਤਿਗੁਰ ਸਿੱਖ ਨੂੰ ਨਾਮ ਦਾ ਧਨ ਦਿੰਦੇ ਆ, ਨਾਮ ਦਾ ਦਾਨ ਕਰ ਦਿੰਦੇ ਆ। ਕਿਉਂਕਿ ਨਾਮ ਦੇ ਵਿੱਚ ਸਾਰਾ ਜਗਤ ਪਰੋਇਆ ਹੋਇਆ ਹੈ। ਨਾਮ ਮੂਲ ਹੈ, ਨਾਮ ਜੜ ਹੈ, ਨਾਮ ਬੀਜ ਹੈ। ਇਹਦੇ ਵਿੱਚੋਂ ਹੀ ਸਾਰਾ ਕਨੈਕਸ਼ਨ ਚੱਲਦਾ ਹੈ। ਇਹਦੇ ਵਿੱਚੋਂ ਜਗਤ ਦਾ ਸਾਰਾ ਕੰਟਰੋਲ ਕੀਤਾ ਜਾਂਦਾ ਹੈ, ਨਾਮ ਦੇ ਰਾਹੀਂ ਕੀਤਾ ਜਾਂਦਾ ਹੈ। ਤੋ ਅਗਰ ਨਾਮ ਆਪਾਂ ਨੂੰ ਮਿਲ ਜਾਂਦਾ ਹੈ, ਨਾਮ ਦੀ ਆਪਾਂ ਪ੍ਰਾਪਤੀ ਕਰ ਲੈਂਦੇ ਹਾਂ, ਤੇ ਚਾਰੇ ਪਦਾਰਥ ਆਪਣੇ ਵੱਸ ਆ ਜਾਂਦੇ ਆ। ਸੰਸਾਰ ਦੀ ਕੋਈ ਵੀ ਭੁੱਖ ਸਾਡੇ ਮਨ ਤੱਕ ਪਹੁੰਚ ਨਹੀਂ ਕਰ ਸਕਦੀ। ਸਾਡੇ ਮਨ ਨੂੰ ਸਭੇ ਪਦਾਰਥ ਮਿਲ ਜਾਂਦੇ ਆ, ਜੋ ਚਾਹੁੰਦਾ ਹੈ, ਜੋ ਵੀ ਚਾਹੁੰਦਾ ਹੈ। ਸਿਰਫ ਕਹਿਣ ਦੀ ਲੋੜ ਹੈ। ਪਹਿਲੀ ਗੱਲ ਤਾਂ ਮਨ ਦੇ ਕਹੇ ਬਿਨਾਂ ਹੀ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਪਰ ਜਿਹੜਾ ਨਾਮ ਦੇ ਸਨਮੁਖ ਹੋ ਕੇ ਜਦੋਂ ਮਨ ਕੋਈ ਬੇਨਤੀ ਕਰ ਦੇਵੇ ਤੇ ਉਹ ਬਿਰਥੀ ਨਹੀਂ ਜਾਂਦੀ। ਨਾਮ ਦੀ ਪ੍ਰਾਪਤੀ ਕਰਨ ਲਈ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਤੇ ਫਿਰ ਜਿਹੜਾ ਸਾਨੂੰ ਸਭ ਤੋਂ ਪਹਿਲੋਂ ਇਹ ਸਹਿਜ ਧੁਨ ਦਾ ਸ਼ਬਦ ਸੁਣਾਈ ਦਿੰਦਾ ਹੈ, ਜਿਹਨੂੰ ਅਸੀਂ ਨਾਮ ਵੀ ਕਹਿ ਦਿੰਦੇ ਹਾਂ,
ਇਹ ਸ਼ਬਦ ਨੂੰ ਸੁਣ ਕੇ ਮਨ ਨੇ ਸ਼ਬਦ ਦੇ ਵਿੱਚ ਸਮਾ ਕੇ ਉਸ ਨਾਮ ਤੱਕ ਪਹੁੰਚਣਾ ਹੈ। ਨਾਮ ਜਿਹੜਾ ਹੈ ਉਹ ਅੰਤਰਗਤ ਸਤਿਗੁਰ ਜਿੱਥੇ ਆਸਣ ਲਗਾ ਕੇ ਬੈਠਿਆ ਉੱਥੇ ਚੱਲ ਕੇ ਪ੍ਰਗਟ ਹੁੰਦਾ ਹੈ। ਪਰ ਜੋ ਇਹ ਪਹਿਲੋਂ ਸਾਡੇ ਅੰਤਰਗਤ ਧੁਨਾਂ ਪ੍ਰਗਟ ਹੁੰਦੀਆਂ ਨੇ, ਇਹਨਾਂ ਦੇ ਵਿੱਚ ਮਨ ਜਿਹੜਾ ਹੈ ਉਹਦੇ ਅੰਦਰ ਦੀ ਮੈਲ ਉਤਰਦੀ ਹੈ, ਮਨ ਜਿਹੜਾ ਨਿਰਮਲ ਹੁੰਦਾ ਹੈ। ਇਹਨਾਂ ਧੁਨਾਂ ਨੂੰ ਸੁਣ ਕੇ ਆਪਾ ਖਤਮ ਹੁੰਦਾ ਹੈ। ਮਨ ਦਾ ਜਿਹੜੀ ਗਰਮੈਸ਼ ਭਰੀ ਹੋਈ ਹੈ, ਜਿਹੜੀ ਇਹ ਨਿੰਦਿਆ ਚੁਗਲੀ, ਜੋ ਇਹ ਦਵੈਤ ਈਰਖਾ, ਜੋ ਔਗਣ ਸਾਡੇ ਵਿੱਚ ਨੇ, ਇਹ ਪਹਿਲੋਂ ਇਹ ਅਨਹਦ ਬਾਣੀ ਤੇ ਇਹ ਸਹਿਜ ਧੁਨ ਨੂੰ ਸੁਣ ਕੇ ਉਤਰਦੇ ਆ। ਇਹ ਸ਼ਿੰਗਾਰ ਹੁੰਦਾ ਤੇ ਫਿਰ ਚੱਲ ਕੇ ਜਿਹੜਾ ਸਤਿਗੁਰ ਸਿੱਖ ਦੀ ਪ੍ਰਤੀਤ ਦੇਖ ਕੇ, ਉਹਦਾ ਨਿਹਚਾ ਦੇਖ ਕੇ, ਉਹਦੇ ਉੱਪਰ ਦਾ ਜਿਹੜਾ ਉਹਦਾ ਉਦਮ ਦੇਖ ਕੇ ਤੇ ਉਹਨੂੰ ਨਾਮ ਦਿੰਦੇ ਨੇ। ਫਿਰ ਗੁਰਮੰਤਰ ਦਾ ਅਭਿਆਸ ਇੰਨੀ ਪਰਪੱਖ ਆਪਾਂ ਕਰ ਲੈਣਾ ਹੁੰਦਾ ਹੈ ਕਿ ਰੋਮ ਰੋਮ ਚੱਲ ਜਾਵੇ। ਤੇ ਦੂਜਾ ਜਦੋਂ ਅਸੀਂ ਸਿਮਰਨ ਕਰਦੇ ਹਾਂ, ਸਿਮਰਨ ਕਰਨ ਦੇ ਨਾਲ ਜਿਵੇਂ ਹੀ ਅਸੀਂ ਸ਼ੁਰੂ ਕੀਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਸਿਮਰਨ ਦੀ ਧੁਨ ਦੇ ਵਿੱਚ ਮਨ ਇਸ ਤਰੀਕੇ ਸਮਾ ਜਾਵੇ, ਧੁਨ ਨੂੰ ਇੰਨਾ ਪਕੜਨਾ ਸਿੱਖ ਜਾਵੇ, ਧੁਨ ਦੇ ਨਾਲ, ਗੁਰਮੰਤਰ ਦੀ ਧੁਨ ਦੇ ਨਾਲ ਇੰਨਾ ਪਿਆਰ ਪਾ ਲਵੇ ਜਿਵੇਂ ਧੁਨ ਨਾਭੀ ਤੋਂ ਲੈ ਕੇ ਮੁਖ ਦੇ ਰਾਹੀਂ ਬਾਹਰ ਨਿਕਲਦੀ ਹੈ। ਕਿਉਂਕਿ ਸਾਡਾ ਸਵਾਸ ਜਿਹੜਾ ਹੈ ਉਹ ਨਾਸਕਾ ਦੇ ਰਾਹੀਂ, ਬਾਹਰੋਂ ਖਾਲੀ ਖਲਾ ਦੇ ਵਿੱਚੋਂ ਨਾਸਕਾ ਦੇ ਰਾਹੀਂ ਹੁੰਦਾ ਹੋਇਆ ਨਾਭੀ ਤੱਕ ਜਾਂਦਾ ਹੈ, ਨਾਭੀ ਤੋਂ ਵਾਪਸ ਨਾਸਕਾ ਦੇ ਰਾਹੀਂ ਬਾਹਰ ਆ ਜਾਂਦਾ। ਇਸੇ ਤਰੀਕੇ ਜਿੱਥੋਂ ਤੱਕ ਪਾਉਣ ਦਾ ਏਰੀਆ ਹੈ ਉੱਥੋਂ ਹੀ ਆਵਾਜ਼ ਬਣਦੀ ਆ। ਇਹ ਜਿਹੜੀ ਆਵਾਜ਼ ਆ, ਇਹ ਗੁਰਬਾਣੀ ਦੇ ਵਿੱਚ ਸਾਨੂੰ ਦੱਸਿਆ ਹੈ, ਅਗਣੇ ਬਿੰਬ ਪਾਉਣ ਕੀ ਬਾਣੀ ਤੀਨ ਨਾਮ ਕੇ ਦਾਸਾ। ਇਹ ਪੌਣ ਪਾਣੀ ਬਸੰਤਰ ਤੋਂ, ਇਸੇ ਹਵਾ ਤੋਂ ਹੀ ਪ੍ਰਗਟ ਹੋਈ ਆਵਾਜ਼ ਹੈ। ਇਹ ਵੀ ਨਾਭ ਕਾਠ ਤੋਂ ਪ੍ਰਗਟ ਹੋ ਕੇ ਮੁਖ ਦੇ ਰਾਹੀਂ ਬਾਹਰ ਨਿਕਲਦੀ ਹੈ। ਤੋ ਜਦੋਂ ਆਪਾਂ ਵਾਹਿਗੁਰੂ ਦਾ ਸ਼ਬਦ ਇਸ ਆਵਾਜ਼ ਦੇ ਵਿੱਚੋਂ ਦੀ ਪ੍ਰਗਟ ਕਰਦੇ ਹਾਂ, ਇਸ ਪੌਣ ਦੇ ਆਵਾਜ਼ ਦੇ ਵਿੱਚੋਂ ਆਪਾਂ ਵਾਹਿਗੁਰੂ ਸ਼ਬਦ ਪ੍ਰਗਟ ਕਰਦੇ ਹਾਂ, ਤੇ ਵਾਹਿਗੁਰੂ ਸ਼ਬਦ ਵੀ ਜਿਹੜਾ ਹੈ ਉਹ ਨਾਭੀ ਤੋਂ ਪ੍ਰਗਟ ਹੁੰਦਾ ਹੋਇਆ ਆਵਾਜ਼ ਜਿਹੜੀ ਹੈ ਸਾਡੀ ਮੁਖ ਰਾਹੀਂ ਬਾਹਰ ਨਿਕਲਦੀ ਹੈ। ਜਿਵੇਂ ਉਹ ਨਾਭੀ ਤੋਂ ਆਵਾਜ਼ ਪ੍ਰਗਟ ਹੋ ਕੇ ਮੁਖ ਦੇ ਰਾਹੀਂ ਬਾਹਰ ਆ ਰਹੀ ਆ, ਆਵਾਜ਼ ਵੀ ਖਾਲੀ ਖਲਾ ਦੇ ਵਿੱਚ ਸਮਾ ਰਹੀ ਏ, ਪੌਣ ਵੀ ਖਾਲੀ ਖਲਾ ਦੇ ਵਿੱਚ ਸਮਾ ਰਹੀ ਏ। ਆ ਸਾਹਮਣੇ ਖਾਲੀ ਖਲਾ ਕੇ ਦਿੱਤਾ, ਸਾਹਮਣੇ ਜਿਹੜਾ ਧਰਤੀ ਤੋਂ ਲੈ ਕੇ ਉੱਪਰ ਅਸਮਾਨ ਤੱਕ, ਸਾਡੇ ਸਰੀਰ ਦੇ ਰੋਮਾਂ ਤੋਂ ਲੈ ਕੇ ਉੱਪਰ ਖਾਲੀ ਖਲਾ ਸਾਰਾ, ਇਹ ਪੌਣ ਸਾਡਾ ਸਵਾਸ ਜਿਹੜਾ ਹੈ ਇਹ ਵੀ ਇਸ ਖਾਲੀ ਖਲਾ ਦੇ ਵਿੱਚ ਆ ਕੇ ਸਮਾਪਤ ਹੋ ਰਿਹਾ, ਸਮਾ ਰਿਹਾ। ਤੇ ਜਿਹੜੀ ਸਾਡੀ ਆਵਾਜ਼ ਹੈ ਉਹ ਵੀ ਨਾਭੀ ਤੋਂ, ਗਲੇ ਦੇ ਵਿੱਚੋਂ ਦੀ ਪ੍ਰਗਟ ਹੁੰਦੀ ਹੋਈ, ਜੀਵਾ ਤੋਂ ਪ੍ਰਗਟ ਹੁੰਦੀ ਹੋਈ ਬੁੱਲਾਂ ਤੋਂ ਬਾਹਰ ਨਿਕਲਦੀ ਆ, ਸਾਹਮਣੇ ਆ ਖਾਲੀ ਖਲਾ ਦੇ ਵਿੱਚ ਆ ਕੇ ਸਮਾ ਰਹੀ ਹੈ। ਇਸੇ ਤਰੀਕੇ ਜਦੋਂ ਅਸੀਂ ਗੁਰਮੰਤਰ ਦੀ ਆਵਾਜ਼ ਨੂੰ ਪਰਪੱਖ ਕਰ ਲਾਂਗੇ, ਧੁਨ ਦੇ ਵਿੱਚ ਧਿਆਨ ਲਾਉਣਾ ਸਿੱਖ ਜਾਵਾਂਗੇ, ਧੁਨ ਦੇ ਨਾਲ ਪਿਆਰ ਪਾ ਲਵਾਂਗੇ, ਤੇ ਜਿਵੇਂ ਹੀ ਆਪਾਂ ਗੁਰਮੰਤਰ ਦਾ ਅਭਿਆਸ ਸ਼ੁਰੂ ਕਰਾਂਗੇ, ਸਾਡਾ ਮਨ ਵੀ ਸਾਰੇ ਸਰੀਰ ਤੋਂ, ਸਰੀਰ ਦੇ ਰੋਮਾਂ ਤੋਂ, ਨੌ ਦੁਆਰਿਆਂ ਤੋਂ ਰਹਿਤ ਹੋ ਕੇ ਆਵਾਜ਼ ਦੇ ਨਾਲ ਬਾਹਰ ਖਾਲੀ ਖਲਾ ਦੇ ਵਿੱਚ ਆ ਜਾਏਗਾ, ਜੋ ਕਿ ਸਾਡਾ ਘਰ ਹੈ, ਜੋ ਕਿ ਸਾਡਾ ਮਹਿਲ ਹੈ, ਜਿਸ ਖਾਲੀ ਖਲਾ ਦੇ ਵਿੱਚੋਂ ਸਾਰਾ ਸੰਸਾਰ ਪ੍ਰਗਟ ਹੋਇਆ। ਕਿਉਂਕਿ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਖਾਲੀ ਇਹ ਸਪੇਸ, ਇਹ ਸਾਹਮਣੇ ਵਾਲਾ ਸੱਚ ਨਹੀਂ ਹੈਗਾ। ਚਾਹੇ ਤੁਸੀਂ ਧਰਤੀ ਦੇ ਉੱਪਰ ਵਿਚਰੋ, ਚਾਹੇ ਤੁਸੀਂ ਅਸਮਾਨ ਦੇ ਵਿੱਚ ਚਲੇ ਜਾਓ, ਸਾਰੇ ਪਾਸੇ ਖਾਲੀ ਖਾਲੀ ਆ, ਤੇ ਇਸ ਖਾਲੀ ਦੇ ਵਿੱਚ ਹੀ ਪ੍ਰਕਾਸ਼ ਸਮਾਇਆ ਹੋਇਆ, ਜਿਹਨੂੰ ਮਹਾਰਾਜ ਕਹਿੰਦੇ ਆ, ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ, ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ। ਕਹਿੰਦੇ ਜਿੱਥੇ ਵੀ ਚਲੇ ਜਾਓਗੇ ਸਾਰੇ ਪਾਸੇ ਸੱਚ ਹੀ ਸੱਚ ਹੈ। ਪਛਾਣ ਕਰਨ ਦੀ ਲੋੜ, ਮਨ ਦੇ ਨੇਤਰਾਂ ਨੇ ਸੱਚ ਨੂੰ ਦੇਖਣਾ ਹੈ। ਇਹਨਾਂ ਨੇਤਰਾਂ ਦੇ ਵਿੱਚ ਅੱਖਾਂ, ਆ ਜਿਹੜੀਆਂ ਸਾਡੇ ਸਰੀਰ ਦੀਆਂ ਅੱਖਾਂ, ਇਹਨਾਂ ਦੇ ਵਿੱਚ ਮਨ ਬੈਠਾ, ਤੇ ਮਨ ਨੇ ਆਪਦੀ ਜੋਤ ਦੁਆਰਾ ਸੱਚ ਨੂੰ ਦੇਖਣਾ ਹੈ। ਮਨ ਸਿਰਫ ਇਸ ਸਰੀਰ ਦਾ ਇਸਤੇਮਾਲ ਕਰ ਰਿਹਾ ਹੈ, ਇਹ ਸਰੀਰ ਬਗਾਨਾ ਹੈ। ਜਦੋਂ ਸਾਹਮਣੇ ਸੱਚ ਨੂੰ ਦੇਖਣਾ ਸ਼ੁਰੂ ਕਰਦਾ ਹੈ, ਹੌਲੀ ਹੌਲੀ ਇੱਕ ਸੱਚ ਇੱਕ ਐਸੀ ਚੀਜ਼ ਹੈ ਕਿ ਜਿਵੇਂ ਹੀ ਉਹਨੂੰ ਦੇਖਣਾ ਸ਼ੁਰੂ ਕਰਦਾ, ਦੇਖ ਦੇਖ ਕੇ ਉਹ ਸੱਚ ਦੇ ਨਾਲ ਇਹਦਾ ਪਿਆਰ ਪੈਂਦਾ, ਤੇ ਸੱਚ ਦੇ ਜਿਹੜੇ ਗੁਣ ਨੇ ਉਹ ਸਹਿਜ ਸੁਭਾਵਨ ਦੇ ਵਿੱਚ ਪ੍ਰਵੇਸ਼ ਹੋ ਜਾਂਦੇ ਆ। ਇਸੇ ਕਰਕੇ ਗੁਰਮੰਤਰ ਦਾ ਅਭਿਆਸ ਆਪਾਂ ਪਰਪੱਖ ਇੰਨਾ ਕਰਨਾ ਹੈ ਕਿ ਇੱਕ ਤਾਂ ਰੋਮ ਰੋਮ ਚੱਲ ਜਾਵੇ, ਚੱਲਦਾ ਰਵੇ ਸਾਡੇ ਅੰਦਰ। ਰੋਮ ਰੋਮ ਚੱਲੇਗਾ ਤੇ ਰੋਮਾਂ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਤਾਂ ਆਊਗੀ, ਨਾਲ ਅੰਮ੍ਰਿਤ ਰਸ ਦੀਆਂ ਵਰਖਾ ਵੀ ਸਾਡੇ ਤੇ ਪੈਣੀ ਆ, ਤੇ ਨਾਲ ਸਾਡਾ ਰੱਖਿਆ ਚੱਕਰ ਬਣਨ ਲੱਗ ਜਾਏਗਾ। ਜਿਹੜੇ ਆਮ ਤੌਰ ਤੇ ਕਈ ਜੀਵ ਨਵਾਂ ਅਭਿਆਸ ਸ਼ੁਰੂ ਕਰਦੇ ਆ, ਉਹ ਕਹਿੰਦੇ ਜਦੋਂ ਅਸੀਂ ਸਿਮਰਨ ਕਰਦੇ ਆ, ਸਾਡੇ ਆ ਰੋਮ ਜਾਂ ਵਾਲ ਇਸ ਤਰ੍ਹਾਂ ਕਰਦੇ ਵੀ ਖੜੇ ਹੋ ਜਾਂਦੇ ਆ, ਲੂ ਕੰਡੇ ਖੜੇ ਹੋ ਜਾਂਦੇ ਆ। ਉਹ ਸਾਡਾ ਜਦੋਂ, ਕਿਉਂਕਿ ਪਹਿਲੋਂ ਅਸੀਂ ਸਿਮਰਨ ਕਰਕੇ ਅੱਜ ਤੱਕ ਰੱਖਿਆ ਚੱਕਰ ਬਣਾਇਆ ਨਹੀਂ,
ਉਹ ਨਵਾਂ ਜਿਵੇਂ ਸੁਰਤੀ ਜਿਹੜੀ ਹੈ ਉਹ ਬਾਹਰ ਨਿਕਲਣਾ ਸ਼ੁਰੂ ਹੁੰਦੀ ਹੈ, ਤੇ ਉਹ ਜਦੋਂ ਰੋਮਾਂ ਦਾ ਰੱਖਿਆ ਚੱਕਰ ਬਣਦਾ ਹੈ ਤੇ ਉਹ ਫਿਰ ਥੋੜਾ ਜਿਹਾ ਪਹਿਲਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਰੋਮ ਖੜੇ ਹੋ ਜਾਂਦੇ ਆ, ਜਾਂ ਜਿਵੇਂ ਸਾਨੂੰ ਕੋਈ ਗੁਦਗੁਦੀ ਕਰਦਾ ਜਾਂ ਹਾਸਾ ਖੇਡਾ ਕਰਦੇ ਆ, ਜਾਂ ਕਈ ਵਾਰੀ ਠੰਡ ਜ਼ਿਆਦਾ ਹੁੰਦੀ ਆ ਤੇ ਤਾਂ ਵੀ ਸਾਡੇ ਰੋਮ ਖੜੇ ਹੋ ਜਾਂਦੇ ਆ। ਉਸ ਤਰੀਕੇ ਸਿਮਰਨ ਕਰਕੇ ਸਾਡੇ ਰੋਮ ਜਿਹੜੇ ਆ ਉਹ ਖੜੇ ਹੋ ਜਾਂਦੇ, ਰੱਖਿਆ ਚੱਕਰ ਬਣਨਾ ਸ਼ੁਰੂ ਹੋ ਜਾਂਦਾ। ਉੱਥੋਂ ਪਤਾ ਲੱਗਦਾ ਕਿ ਪਰਪੱਕਤਾ ਹੋ ਗਈ, ਰੋਮ ਚੱਲ ਪਿਆ। ਉਹ ਨਾਮ ਦੀ ਭਭੂਤ, ਗੁਰਮੰਤਰ ਦੀ ਭਭੂਤ ਚੜ ਗਈ, ਜਿਹਨੂੰ ਮਹਾਰਾਜ ਕਹਿੰਦੇ ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਇਹ ਅੱਖਰਾਂ ਦਾ ਨਾਮ ਹੈ, ਅੱਖਰਾਂ ਦੇ ਰਾਹੀਂ ਸਲਾਹ ਕਰਨੀ ਆ, ਅੱਖਰਾਂ ਦੇ ਨਾਲ ਹੀ ਮਾਲਕ ਦੇ ਗਿਆਨ ਗੀਤ ਗੁਣ ਕਰਨੇ ਆ। ਅੱਖਰਾਂ ਦੇ ਨਾਲ ਗਿਆਨ ਵੀ ਕਰਨਾ ਹੈ, ਅੱਖਰਾਂ ਦੇ ਨਾਲ ਉਹਦਾ ਕੀਰਤਨ ਵੀ ਕਰਨਾ ਹੈ, ਅੱਖਰਾਂ ਦੇ ਨਾਲ ਉਹਦੇ ਗੁਣ ਵੀ ਦੱਸਣੇ ਆ, ਅੱਖਰਾਂ ਦੇ ਨਾਲ ਉਹਦਾ ਨਾਮ ਵੀ ਜਪਣਾ ਹੈ। ਪਰ ਉਹ ਮਾਲਕ ਜੋ ਹੈ ਉਹ ਅੱਖਰ ਤੋਂ ਰਹਿਤ ਹੈ। ਇਹ ਅੱਖਰ ਸਾਨੂੰ ਤਾਂ ਬਣਾਏ ਗਏ ਆ, ਸਾਨੂੰ ਤਾਂ ਬਣਾ ਕੇ ਦਿੱਤੇ ਗਏ ਆ ਵੀ ਇਹ ਅੱਖਰਾਂ ਦੇ ਵਿੱਚ ਹੀ ਅਸੀਂ ਉਲਝੇ ਹੋਏ ਆ। ਸਾਡੇ ਭਾਸ਼ਾ ਜਿਹੜੀ ਹੈ ਉਹਦੇ ਵਿੱਚ ਅਸੀਂ ਉਲਝ ਗਏ ਆ। ਜਿਹਦੀ ਜੋ ਭਾਸ਼ਾ ਹੈ ਉਹਨੂੰ ਉਹੀ ਫੁਰਨਾ ਆਉਂਦਾ ਅੰਦਰ। ਜੋ ਇੰਗਲਿਸ਼ ਬੋਲਦਾ ਉਹਨੂੰ ਅੰਦਰੋਂ ਫੁਰਨੇ ਵੀ ਇੰਗਲਿਸ਼ ਆਉਂਦੇ ਆ, ਜੋ ਪੰਜਾਬੀ ਬੋਲਦਾ ਉਹਦੇ ਅੰਦਰ ਫੁਰਨੇ ਵੀ ਪੰਜਾਬੀ ਚੱਲਦੇ ਆ, ਜੋ ਹਿੰਦੀ, ਤਮਿਲ, ਗੁਜਰਾਤੀ, ਮਰਾਠੀ ਜੋ ਵੀ ਬੋਲਦਾ, ਉਰਦੂ, ਕੋਈ ਵੀ ਭਾਸ਼ਾ ਬੋਲਦਾ ਉਹਨੂੰ ਉਵੇਂ ਦਾ ਫੁਰਨਾ ਆਊਗਾ। ਇਹ ਅੱਖਰਾਂ ਦੇ ਵਿੱਚ ਫਸ ਗਏ ਆਪਾਂ। ਪਰ ਜਿਹੜਾ ਸਾਡਾ ਮਾਲਕ ਇਹ ਅੱਖਰਾਂ ਤੋਂ ਰਹਿਤ ਸੀਗਾ। ਅੱਖਰਾਂ ਦੇ ਵਿੱਚ ਸਾਰਾ ਤਿੰਨੇ ਭਵਨ ਅੱਖਰਾਂ ਦੇ ਵਿੱਚ ਫਿੱਟ ਕੀਤੇ ਹੋਏ ਆ। ਪਰ ਜੋ ਸਾਡਾ ਮਾਲਕ ਹੈ ਉਹ ਅੱਖਰਾਂ ਤੋਂ ਰਹਿਤ। ਇਹਨਾਂ ਅੱਖਰਾਂ ਦੇ ਨਾਲ ਅਸੀਂ ਮਨ ਨੂੰ ਗਿਆਨ ਦੇਣਾ ਹੈ, ਅਸੀਂ ਮਨ ਨੂੰ ਨਾਮ ਜਪਾਉਣਾ ਹੈ, ਅਸੀਂ ਮਨ ਨੂੰ ਗੁਣ ਦੱਸਣੇ ਆ। ਪਰ ਇਹ ਅੱਖਰਾਂ ਦਾ ਸਹਾਰਾ ਲੈ ਕੇ ਅਸੀਂ ਅੱਖਰ ਤੋਂ ਰਹਿਤ ਦੇ ਵਿੱਚ ਚਲੇ ਜਾਣਾ ਹੈ। ਉਸ ਅਵਸਥਾ ਦੇ ਵਿੱਚ ਚਲੇ ਜਾਣਾ ਹੈ ਜਿੱਥੇ ਇਹ ਅੱਖਰ ਹੈ ਹੀ ਨਹੀਂਗਾ, ਜਿੱਥੇ ਉਹ ਇਕੱਲਾ ਮਾਲਕ ਹੀ ਮਾਲਕ ਹੈ, ਜਿੱਥੇ ਉਹ ਸੱਚ ਹੀ ਸੱਚ ਹੈ। ਸੋ ਇਸੇ ਕਰਕੇ ਇਹ ਭਾਸ਼ਾ ਦਾ, ਇਹ ਸ਼ਬਦਾਂ ਦਾ, ਜਦੋਂ ਤੁਸੀਂ ਅੱਖਰਾਂ ਤੋਂ ਰਹਿਤ ਹੋਣਾ ਸਿੱਖ ਗਏ ਉਦੋਂ ਤੁਹਾਡੇ ਵਿਚਾਰ ਵੀ ਅੰਦਰੋਂ ਬੰਦ ਹੋ ਜਾਣਗੇ। ਕਹਿਣ ਦਾ ਮਤਲਬ ਹੈ ਜਿਹੜਾ ਵਾਹਿਗੁਰੂ ਅਭਿਆਸ ਹੈ ਇਹਦੇ ਨਾਲ ਅਸੀਂ ਮਨ ਨੂੰ ਇੱਕ ਚਿੱਤ ਕਰਨਾ, ਇਹਦੀ ਮੈਲ ਉਤਾਰਨੀ ਆ। ਗਿਆਨ ਜਿਹੜਾ ਹੈ ਇਹ ਵੀ ਅੱਖਰਾਂ ਦੇ ਵਿੱਚ ਹੈ, ਭਾਸ਼ਾ ਦੇ ਵਿੱਚ ਹੈ। ਇਹਦੇ ਨਾਲ ਅਸੀਂ ਮਨ ਨੂੰ ਮਨਾਉਣਾ ਹੈ, ਮਨ ਨੂੰ ਉਹਦਾ ਘਰ ਦੱਸਣਾ, ਉਹਨੂੰ ਨਿਸ਼ਚਾ ਦੱਸਣਾ ਹੈ, ਉਹਦਾ ਜਿਹੜਾ ਪੁਆਇੰਟ ਦੱਸਣਾ ਹੈ ਕਿ ਕਿੱਥੇ ਚੱਲ ਕੇ ਉਹਨੇ ਬੈਠਣਾ ਹੈ। ਪਰ ਜਦੋਂ ਅਸੀਂ ਸੱਚ ਦੇ ਵਿੱਚ ਪ੍ਰਵੇਸ਼ ਹੋ ਜਾਂਦੇ ਹਾਂ, ਜਿੱਥੇ ਅਸੀਂ ਸੱਚ ਦੇ ਵਿੱਚ ਧਿਆਨ ਦੀ ਅਵਸਥਾ ਵਿੱਚ ਚੱਲਦੇ ਹਾਂ, ਜਦੋਂ ਅਸੀਂ ਮਾਲਕ ਦੇ ਦਰਸ਼ਨ ਕਰਦੇ ਹਾਂ, ਮਾਲਕ ਦੇ ਨਾਲ ਪਿਆਰ ਪਾ ਲੈਂਦੇ ਹਾਂ, ਭਗਤੀ ਸ਼ੁਰੂ ਹੋ ਜਾਂਦੀ, ਉੱਥੇ ਇਹ ਅੱਖਰ ਖਤਮ ਹੋ ਜਾਂਦੇ ਆ ਸਾਰੇ। ਉੱਥੇ ਫਿਰ ਕੱਲਾ ਧਿਆਨ ਰਹਿ ਜਾਂਦਾ ਜਾਂ ਪ੍ਰਕਾਸ਼ ਰਹਿ ਜਾਂਦਾ। ਉੱਥੇ ਜਿਆਦਾ ਧਿਆਨ ਰਹਿ ਜਾਂਦਾ ਜਾਂ ਪ੍ਰਕਾਸ਼ ਰਹਿ ਜਾਂਦਾ। ਉੱਥੇ ਅੱਖਰ ਨਹੀਂ ਹੁੰਦੇ, ਉੱਥੇ ਅਨਹਦ ਹੋ ਜਾਂਦਾ, ਉੱਥੇ ਪ੍ਰਕਾਸ਼ ਹੋ ਜਾਂਦਾ, ਉੱਥੇ ਸੱਚ ਹੋ ਜਾਂਦਾ। ਇਹ ਅੱਖਰ ਉਨੇ ਕ ਅਸੀਂ ਰਟਣੇ ਆ, ਉਨਾ ਕ ਅਸੀਂ ਇਹਨਾਂ ਦੇ ਨਾਲ ਪਿਆਰ ਪਾਉਣਾ ਹੈ, ਜਿੰਨਾ ਕ ਸਾਡਾ ਮਨ ਸਹਿਜ ਹੋ ਜਾਵੇ। ਇਹ ਅੱਖਰਾਂ ਦਾ ਹੀ ਪਿਆਰ ਹੈ, ਅੱਖਰਾਂ ਦਾ ਹੀ ਗਿਆਨ ਹੈ, ਤੇ ਮੁੜ ਕੇ ਇਸੇ ਗਿਆਨ ਨੂੰ ਛੱਡ ਕੇ ਅਸੀਂ ਅੱਖਰਾਂ ਤੋਂ ਰਹਿਤ ਵੀ ਹੋ ਜਾਣਾ। ਭਾਸ਼ਾ ਦਾ ਗਿਆਨ ਹੈ, ਭਾਸ਼ਾ ਦੁਆਰਾ, ਕਿਉਂਕਿ ਮਨ ਆਪ ਦਾ ਦੇਸ਼, ਭਾਸ਼ਾ ਤੋਂ ਰਹਿਤ ਦੇਸ਼ ਉਹ ਭੁੱਲ ਚੁੱਕਿਆ ਤੇ ਭਾਸ਼ਾ ਦੇ ਨਾਲ ਇੰਨਾ ਪਿਆਰ ਪਾ ਚੁੱਕਿਆ। ਹੁਣ ਇਸੇ ਭਾਸ਼ਾ ਵਿੱਚ ਹੀ ਇਹਨੂੰ ਗਿਆਨ ਦਿੱਤਾ ਜਾ ਰਿਹਾ। ਕਿਹੜਾ ਗਿਆਨ? ਭਾਸ਼ਾ ਤੋਂ ਰਹਿਤ ਦਾ ਗਿਆਨ। ਸਮਝੇ? ਇਸੇ ਭਾਸ਼ਾ ਵਿੱਚ ਹੀ ਇਹਨੂੰ ਅਕਥ ਦਾ ਗਿਆਨ ਦਿੱਤਾ ਜਾ ਰਿਹਾ, ਜਿਹਨੂੰ ਕਹਿੰਦੇ ਨੇ ਅਕਥ ਕਥਾ ਵਿਚਾਰੀਐ ਮਨਸਾ ਮਨੈ ਸਮਾਏ। ਜੇ ਅਕਥ ਦੀ ਕਥਾ ਦੀ ਤੁਸੀਂ ਵਿਚਾਰ ਕਰ ਲਈ, ਉਹਨੂੰ ਮਨ ਦੇ ਵਿੱਚ ਵਸਾ ਲਿਆ, ਤੇ ਇਹ ਤੁਹਾਡੀ ਭਾਸ਼ਾ ਖਤਮ ਹੋ ਜਾਏਗੀ। ਇਸੇ ਭਾਸ਼ਾ ਦੇ ਵਿੱਚੋਂ ਐਸਾ ਤੁਹਾਨੂੰ ਗਿਆਨ ਦੇ ਦਿੱਤਾ ਕਿ ਜੋ ਤੁਹਾਨੂੰ ਇਹ ਭਾਸ਼ਾ ਹੀ ਛਡਾ ਦੇਗਾ। ਇਹ ਅੱਖਰਾਂ ਦੇ ਵਿੱਚ ਹੀ ਐਸੇ ਅੱਖਰ ਰਟਾ ਦਿੱਤੇ ਜੋ ਅੱਖਰਾਂ ਤੋਂ ਤੁਹਾਨੂੰ ਰਹਿਤ ਕਰ ਦੇਗਾ। ਜਿਹਨੂੰ ਮਹਾਰਾਜ ਕਹਿ ਰਹੇ ਆ, ਅੱਖਰ ਮੈਂ ਤ੍ਰੇ ਭਵਨ ਪ੍ਰਭ ਧਾਰੇ। ਤਿੰਨੇ ਭਵਨ, ਆਕਾਸ਼, ਪਤਾਲ, ਧਰਤੀ ਅੱਖਰਾਂ ਦੇ ਵਿੱਚ ਹੈ, ਮਤਲਬ ਭਾਸ਼ਾ ਦੇ ਵਿੱਚ ਹੈ।
ਵਿਚਾਰਾਂ ਦੇ ਵਿੱਚ ਹੈ। ਇਹ ਨਹੀਂ ਕਿ ਕੱਲੀ ਆਪਣੀ ਪੰਜਾਬੀ, ਹਿੰਦੀ, ਇੰਗਲਿਸ਼ ਭਾਸ਼ਾ ਹੈ। ਇਹ ਜੋ ਜੀ ਜੰਤ 84 ਲੱਖ ਜੂਨ ਹੈ, ਜਿੰਨਾ ਕਿ ਇਹਨਾਂ ਨੂੰ ਗਿਆਨ ਹੈ, ਇਹਨਾਂ ਦੀ ਵੀ ਭਾਸ਼ਾ ਹੈ। ਬੇਸ਼ੱਕ ਉਹ ਲਿਖ ਨਹੀਂ ਸਕਦੇ, ਪਰ ਉਹ ਆਪਦੇ ਸ਼ਬਦਾਂ ਨੂੰ ਬੋਲ ਸਕਦੇ ਨੇ। ਭਾਸ਼ਾ ਵੀ ਆਕਾਰ 'ਚ। ਕਹਿੰਦੇ ਅੱਖਰ ਮੈਂ ਤ੍ਰੈ ਪਵਨ ਪ੍ਰਭ ਧਾਰੇ, ਅੱਖਰ ਕਰ ਕਰ ਵੇਦ ਵਿਚਾਰੇ। ਅੱਖਰ ਸਿਮਰਤ ਸ਼ਾਸਤਰ ਪੁਰਾਣਾ, ਅੱਖਰ ਨਾਦ ਕਥਨ ਵਖਿਆਨਾ। ਕਹਿੰਦੇ ਇਹ ਵੇਦ ਨੇ ਜਿਹੜੇ, ਇਹ ਵੀ ਅੱਖਰਾਂ ਦੇ ਵਿੱਚ ਘੜ ਦਿੱਤੇ। ਸਿਮਰਤੀਆਂ ਸ਼ਾਸਤਰ ਵੀ ਅੱਖਰਾਂ ਦੇ ਵਿੱਚ ਕਰ ਦਿੱਤੇ। ਹੁਣ ਵੇਦ ਕੀ ਹੈ? ਵੇਦ ਬਣਿਆ ਤਾਂ ਭਾਸ਼ਾ ਤੋਂ ਹੀ ਪ੍ਰਗਟ ਹੋਇਆ, ਲੈਂਗੁਏਜ ਤੋਂ ਪ੍ਰਗਟ ਹੋਇਆ। ਫਿਰ ਕੀ ਕਹਿੰਦੇ ਨੇ? ਅੱਖਰ ਨਾਦ ਕਥਨ ਵਖਿਆਨਾ। ਇਹ ਅੱਖਰਾਂ ਦੇ ਵਿੱਚ ਇੰਨੀ ਜਾਣ ਪਾ ਦਿੱਤੀ, ਇਹਨਾਂ ਨੂੰ ਸਮਝ ਕਰ ਦਿੱਤੀ ਮਨੁੱਖ ਨੂੰ, ਕਿ ਨਾਦ ਤੇ ਜਿਹੜਾ ਨਾਦ ਹੈ, ਪ੍ਰਕਾਸ਼ ਹੈ, ਉਹਦੀ ਵਿਆਖਿਆ ਤੁਸੀਂ ਅੱਖਰਾਂ ਦੇ ਵਿੱਚ ਕਰ ਰਹੇ ਹੋ। ਹੁਣ ਇੱਥੋਂ ਪਕੜੋ ਗੱਲ। ਨਾਦ ਦੀ, ਸੱਚ ਦੀ ਕਥਾ ਤੁਸੀਂ ਕਿਹਦੇ ਵਿੱਚ ਕਰ ਰਹੇ ਹੋ? ਦੱਸੋ ਜੀ। ਅੱਖਰਾਂ 'ਚ, ਭਾਸ਼ਾ 'ਚ, ਲੈਂਗੁਏਜ 'ਚ, ਗਿਆਨ 'ਚ। ਪਰ ਜੋ ਨਾਦ ਹੈ, ਜੋ ਸੱਚ ਹੈ, ਉਹ ਅੱਖਰਾਂ ਤੋਂ, ਭਾਸ਼ਾ ਤੋਂ, ਗਿਆਨ ਤੋਂ ਰਹਿਤ ਹੈ। ਹੋਰ ਸਮਝਾਵਾਂ? ਜਿਵੇਂ ਹੁਣ ਇੱਕ ਕੁੱਤਾ ਹੈ, ਕੁੱਤੇ ਦੀ ਭਾਸ਼ਾ ਸਾਨੂੰ ਨਹੀਂ ਆਉਂਦੀ ਨਾ ਜੀ, ਪਰ ਕੁੱਤੇ ਦੀ ਭਾਸ਼ਾ ਕੁੱਤਾ ਸਮਝ ਸਕਦਾ। ਕੁੱਤਾ ਰੋਂਦਾ ਹੈ ਜਾਂ ਕੁੱਤਾ ਜਿਵੇਂ ਬੋਲਦਾ ਹੈ, ਉਹ ਆਪਦੀ ਭਾਸ਼ਾ ਦੇ ਵਿੱਚ ਦੂਜੇ ਕੁੱਤੇ ਨੂੰ ਗੱਲ ਸਮਝਾ ਦਿੰਦਾ, ਪਰ ਆਪਾਂ ਨੂੰ ਨਹੀਂ ਸਮਝ ਆਉਂਦੀ। ਮੰਨ ਲਓ ਆਪਾਂ ਕੁੱਤੇ ਦੇ ਅੱਗੇ ਖੜੇ ਹਾਂ, ਆਪਾਂ ਕੁੱਤੇ ਨੂੰ ਮਾਰਨ ਲੱਗੇ ਹਾਂ, ਦੋ ਕੁੱਤੇ ਹੋਰ ਆਉਂਦੇ ਹੋਣਗੇ ਨਾ, ਉਹ ਭੱਜਦਾ ਜਾਊਗਾ ਤੇ ਉਹ ਬੋਲਦਾ ਵੀ ਜਾਊਗਾ। ਉਹਦੀ ਆਵਾਜ਼ ਤੇ ਉਹਦੀ ਦੌੜ ਨੂੰ ਵੇਖ ਕੇ ਦੂਜੇ ਕੁੱਤੇ ਸਮਝ ਜਾਂਦੇ ਵੀ ਅੱਗੇ ਹਮਲਾ ਹੋ ਸਕਦਾ, ਉਹ ਵੀ ਉਹਦੇ ਨਾਲ ਭੱਜ ਲੈਂਦੇ ਨੇ। ਉਹਨਾਂ ਨੂੰ ਸਿਗਨਲ ਦੇ ਦਿੰਦਾ ਹੈ ਕਿ ਅੱਗੋਂ ਕੋਈ ਮਨੁੱਖ ਵੀ ਕੋਈ ਐਸੀ ਡਾਂਗ ਜਾਂ ਕੋਈ ਹਥਿਆਰ ਲੈ ਕੇ ਆ ਰਿਹਾ, ਉਹ ਆਪਾਂ ਨੂੰ ਮਾਰੇਗਾ ਤੇ ਆਜੋ ਭੱਜ ਲਓ। ਉਹ ਸਮਝ ਗਿਆ ਨਾ। ਇਸੇ ਤਰੀਕੇ ਉਹਨੇ ਆਪਣੀ ਹਰਕਤ ਸਮਝਾ ਦਿੱਤੀ। ਪਰ ਆਪਾਂ ਕੁੱਤਿਆਂ ਦੀ ਭਾਸ਼ਾ ਤੋਂ ਰਹਿਤ ਹਾਂ। ਕੁੱਤੇ ਸਮਝ ਗਏ, ਪਰ ਆਪਾਂ ਕੁੱਤਿਆਂ ਦੀ ਭਾਸ਼ਾ ਤੋਂ ਰਹਿਤ, ਆਪਣੀ ਭਾਸ਼ਾ ਅਲੱਗ ਹੈ। ਠੀਕ ਹੈ। ਇਸੇ ਤਰੀਕੇ ਜੋ ਨਾਦ ਹੈ, ਨਾਦ ਸਾਡੀ ਭਾਸ਼ਾ ਤੋਂ ਅਲੱਗ ਹੈ। ਉਹ ਪੰਜਾਬੀ, ਹਿੰਦੀ, ਇੰਗਲਿਸ਼ ਨਹੀਂ, ਉਹ ਅਨਹਦ ਹੈ, ਸਿਰਫ ਸੁਣਿਆ ਜਾ ਸਕਦਾ। ਮਹਾਰਾਜ ਕਹਿੰਦੇ ਆ, ਦ੍ਰਿਸ਼ਟਮਾਨ ਅੱਖਰ ਹੈ ਜੇਤਾ। ਜਿੰਨਾ ਵੀ ਦ੍ਰਿਸ਼ਟਮਾਨ ਹੈ, ਸਾਰਾ ਅੱਖਰਾਂ ਦੇ ਵਿੱਚ ਪਰੋਇਆ ਹੋਇਆ। ਮਹਾਰਾਜ ਕਹਿ ਦਿੱਤਾ ਨਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਏ। ਪਰ ਕੀ ਕਹਿੰਦੇ? ਜਿਵ ਜਿਵ ਫਰਮਾਏ ਤਿਵ ਤਿਵ ਪਾਏ। ਕਹਿੰਦੇ ਸਾਰਾ ਸੰਸਾਰ ਅੱਖਰ ਭਾਸ਼ਾ ਦੇ ਵਿੱਚ, ਸੰਜੋਗਾਂ ਦੇ ਵਿੱਚ, ਇਹ ਭਾਸ਼ਾ ਦੇ ਵਿੱਚ, ਆਕਾਰਾਂ ਦੇ ਵਿੱਚ ਪਾ ਦਿੱਤਾ। ਪਰ ਜਿਨੇ ਬਣਾਏ ਨੇ ਉਹਦਾ ਕੋਈ ਵੀ ਅੱਖਰ ਨਹੀਂ, ਉੱਥੇ ਕੋਈ ਵੀ ਭਾਸ਼ਾ ਨਹੀਂ। ਉਹ ਭਾਸ਼ਾ ਅਲੱਗ ਹੈ, ਅੱਖਰਾਂ ਤੋਂ ਰਹਿਤ ਹੈ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਮਾਲਕ ਪਾਰ ਬ੍ਰਹਮ ਨਿਰਲੇਪ ਹੈ। ਸੋ ਹੁਣ ਕਹਾਣੀ ਕੀ ਹੈ? ਕਹਾਣੀ ਇਹ ਹੈ ਕਿ ਜੋ ਸਾਡਾ ਮਾਲਕ ਹੈ, ਉਹ ਗੁਰਮੰਤਰ ਤੋਂ ਰਹਿਤ ਹੈ, ਉਹ ਗਿਆਨ ਤੋਂ ਰਹਿਤ ਹੈ, ਉਹ ਵਿਆਕਰਣ ਤੋਂ ਰਹਿਤ ਹੈ, ਉਹ ਭਾਸ਼ਾ ਤੋਂ ਰਹਿਤ ਹੈ। ਪਰ ਗੁਰਮੰਤਰ ਕਰਨ ਦੀ ਫਿਰ ਲੋੜ ਕਿਉਂ ਆ? ਕਿਉਂਕਿ ਜੇ ਅਸੀਂ, ਸਾਡਾ ਮਨ ਜਿਹੜਾ ਹੈ ਉਹ ਭਾਸ਼ਾ ਦੇ ਫੁਰਨਿਆਂ ਦੇ ਵਿੱਚ ਫਸ ਗਿਆ। ਹੁਣ ਜਿਹੜਾ ਵੀ ਤੁਹਾਨੂੰ ਭਾਸ਼ਾ ਫੁਰਨਾ ਆਉਂਦਾ, ਉਹ ਆਉਂਦਾ ਤਾਂ ਪੰਜਾਬੀ 'ਚ ਨਾ, ਹਿੰਦੀ 'ਚ, ਉਰਦੂ 'ਚ, ਇੰਗਲਿਸ਼ 'ਚ। ਹੁਣ ਭਾਸ਼ਾ ਵਿੱਚੋਂ ਕੱਢਣ ਲਈ ਭਾਸ਼ਾ ਦਾ ਸਹਾਰਾ ਲਿਆ ਗਿਆ। ਜਿਵੇਂ ਲੋਹੇ ਨੂੰ ਕੱਟਣ ਲਈ ਲੋਹਾ ਹੁੰਦਾ ਹੈ, ਇਵੇਂ ਭਾਸ਼ਾ ਵਿੱਚੋਂ ਕੱਢਣ ਲਈ ਭਾਸ਼ਾ ਦਾ ਸਹਾਰਾ ਲਿਆ ਗਿਆ। ਵੀ ਸਾਰੀ ਭਾਸ਼ਾ ਦੇ ਫੁਰਨੇ ਬੰਦ ਕਰਕੇ ਵਾਹਿਗੁਰੂ ਗੁਰਮੰਤਰ ਤੇ ਲੈ ਆਂਦਾ। ਸਾਰੇ ਤੁਹਾਡੇ ਵਿਚਾਰ ਬੰਦ ਹੋ ਜਾਣ, ਇੱਕ ਵਿਚਾਰ ਚੱਲੇ, ਕਿਹੜਾ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੋਰ ਸਾਰੀ ਭਾਸ਼ਾ, ਸਾਰੇ ਅੱਖਰ ਖਤਮ, ਸਿਰਫ 4 ਅੱਖਰਾਂ ਤੇ ਲੈ ਆਂਦਾ, ਵਾਹਿਗੁਰੂ ਤੇ ਲੈ ਆਉਂਦਾ। ਫਿਰ ਵਾਹਿਗੁਰੂ ਕਰਦੇ ਕਰਦੇ ਕਹਿੰਦੇ ਵੀ ਇਹਨੂੰ ਵੀ ਹੁਣ ਛੱਡ ਦਿਓ। ਇੱਕ ਵਾਰ ਤਾਂ ਸਾਰੇ ਵਿਚਾਰ ਬੰਦ ਕੀਤੇ ਤੇ ਕਿੱਥੇ ਲੈ ਆਉਂਦੇ? ਵਾਹਿਗੁਰੂ ਤੇ ਲੈ ਆਉਂਦੇ। 2 ਅੱਖਰ ਸਾਸ ਨਾਲ ਰਟਾਤੇ, 2 ਗਰਾਸ ਨਾਲ। ਫਿਰ ਉਹ ਜਦੋਂ 4 ਅੱਖਰਾਂ ਦੇ ਵਿੱਚ ਸਾਰੀ ਸੁਰਤੀ ਆ ਗਈ, ਫਿਰ ਕਹਿੰਦੇ ਇਹਨੂੰ ਹੌਲੀ ਹੌਲੀ ਸਹਿਜ 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 ਕਰਦੇ ਕਿ ਇਹ ਗੁਰਮੰਤਰ ਨੂੰ ਵੀ ਛੱਡ ਦਿਓ। ਤੇ ਜਿੱਥੇ ਦੇਖੋ ਵੀ ਗੁਰਮੰਤਰ ਸਮਾਰਿਆ, ਜਿੱਥੇ ਆਵਾਜ਼ ਸਮਾਰੀ, ਜਿੱਥੇ ਪੌਣ ਸਮਾਰੀ, ਜਿਹਨੂੰ ਕਹਿੰਦੇ ਆ ਸੁਣ, ਤੁਸੀਂ ਸੁਣ ਚ ਆ ਜਾਓ। ਉੱਥੋਂ ਉਹ ਆਵਾਜ਼ ਸੁਣੇਗੀ ਜਿਹੜੀ ਅੱਖਰਾਂ ਤੋਂ, ਭਾਸ਼ਾ ਤੋਂ, ਆਕਾਰਾਂ ਤੋਂ ਰਹਿਤ ਹੈ। ਉਹਨੂੰ ਫੜ ਲਓ। ਫਿਰ
ਕਿਉਂਕਿ ਸਾਡੀ ਸੁਰਤੀ ਅੱਜ ਤੱਕ ਬਹੁਤ ਜ਼ਿਆਦਾ ਪਰਪੱਕ ਹੋ ਚੁੱਕੀ ਹੈ, ਮੂੜ ਹੋ ਚੁੱਕੀ ਹੈ। ਇਹ ਜਿਹੜੀ ਆ ਛੇਤੀ ਕਰਕੇ ਵਸ ਦੇ ਵਿੱਚ ਨਹੀਂ ਆਉਂਦੀ, ਕਿਉਂਕਿ ਇਹ ਅੱਖਰਾਂ ਦੇ ਨਾਲ ਪਿਆਰ ਪਿਆ ਹੋਇਆ ਹੈ। ਇਸ ਕਰਕੇ ਜਦੋਂ ਅਨਹਦ ਭਾਸ਼ਾ ਨੂੰ ਸੁਣਦਾ ਹੈ ਤੇ ਉਹਦੇ ਨਾਲ ਪਿਆਰ ਨਹੀਂ ਪੈਂਦਾ, ਜੋ ਕਿ ਇਹਦੀ ਅਸਲ ਭਾਸ਼ਾ ਹੈ। ਮਨ ਉਹਦੇ ਨਾਲ ਪਿਆਰ ਨਹੀਂ ਪਾਉਂਦਾ, ਉਹਦੇ ਨਾਲ ਪਿਆਰ ਨਹੀਂ ਪਾਉਂਦਾ, ਇਹਨੂੰ ਪਾਉਣਾ ਹੀ ਨਹੀਂ ਆਉਂਦਾ, ਕਿਉਂਕਿ ਅੱਜ ਤੱਕ ਇਹ ਆਕਾਰਾਂ ਦੀ ਭਾਸ਼ਾ ਦੇ ਵਿੱਚ ਰਹਿਣਾ ਸਿੱਖ ਗਿਆ। ਇਸ ਕਰਕੇ ਉਹਨੂੰ ਗੁਰਮੁਖ ਕਹਿੰਦੇ ਆ ਕਿ ਵਾਰ-ਵਾਰ ਉਹਨੂੰ ਸੁਣ ਕੇ ਉਹਦੇ ਨਾਲ ਪਿਆਰ ਪਾਓ। ਜਦੋਂ ਉਹਦੇ ਨਾਲ ਪਿਆਰ ਪੈ ਜਾਏਗਾ ਫਿਰ ਇਹ ਜਾਗ ਜਾਏਗਾ। ਤਾਂ ਹੀ ਜਿੰਨਾ ਚਿਰ ਪਿਆਰ ਨਹੀਂ ਪੈਂਦਾ ਉਨੀ ਦੇਰ ਤੱਕ ਕਹਿੰਦੇ ਸੂ ਜੀ, ਟੀ ਜੀ, ਪਤਾ ਨਹੀਂ ਆ ਕੀ ਹੋ ਰਿਹਾ, ਛਾਂ ਜੀ। ਉਹ ਪਿਆਰ ਨਹੀਂ ਪਿਆ, ਹਾਲਾਂਕਿ ਉਹ ਮਾਲਕ ਦੇ ਮੁਖ ਦੀ ਆਵਾਜ਼ ਹੈ, ਉਹਦੇ ਨਾਲ ਪਿਆਰ ਹੀ ਨਹੀਂ ਪਿਆ, ਉਹਨੂੰ ਸੂ ਟੀ ਦੱਸਦਾ। ਤੇ ਇਹ ਨਹੀਂ ਪਤਾ ਵੀ ਇਹ ਮੂਲ ਏ, ਇਹਦੇ ਵਿੱਚੋਂ ਸਾਰੇ ਸੰਸਾਰ ਦੀ ਸ਼ਕਤੀ ਪ੍ਰਗਟ ਹੁੰਦੀ, ਵੀ ਤੇਰੇ ਤੇ ਕਿਰਪਾ ਹੋਈ ਤੈਨੂੰ ਸੁਣਨ ਲੱਗ ਗਏ ਨੇ, ਇਹ ਤੇਰੀ ਸ਼ੁਰੂਆਤ ਹੋ ਗਈ ਹੈ। ਇਹ ਨਹੀਂ ਪਤਾ ਵੀ ਇਹਦੇ ਰਾਹੀਂ ਤੂੰ ਪ੍ਰਕਾਸ਼ ਦੇ ਵਿੱਚ ਉਸ ਅਵਸਥਾ ਦੇ ਵਿੱਚ ਜਾ ਸਕਦਾ ਜਿਸ ਅਵਸਥਾ ਦੇ ਵਿੱਚ ਫਿਰ ਜਾ ਕੇ ਕੱਲੀ ਸੋਭਾ ਹੀ ਸੋਭਾ ਹੁੰਦੀ ਹੈ, ਜਿਸ ਅਵਸਥਾ ਦੇ ਵਿੱਚ ਗੁਰੂ ਨਾਨਕ ਗਿਆ ਹੋਇਆ। ਇਹ ਸ਼ੁਰੂਆਤ ਆ, ਕਿਉਂਕਿ ਆਕਾਰਾਂ ਨਾਲ ਇੰਨਾ ਪਿਆਰ ਪਾ ਲਿਆ, ਚਿੱਕੜ ਦੇ ਡੱਡੂ ਬਣ ਕੇ ਚਿੱਕੜ ਦੇ ਨਾਲ ਇੰਨਾ ਪਿਆਰ ਪਾ ਲਿਆ। ਜੇ ਕੋਈ ਖੁਸ਼ਬੂ ਦੇ ਵਿੱਚ ਜਾਂ ਕੋਈ ਉੱਪਰ ਪ੍ਰਕਾਸ਼ ਦੇ ਵਿੱਚ ਲੈ ਕੇ ਜਾਂਦਾ, ਉਹ ਜਾਂਦਾ ਵਾਰ ਉੱਥੇ ਹੀ ਜਾਂਦਾ। ਇਸੇ ਕਰਕੇ ਇਹ ਸੂ ਟੀ ਪੀ ਨਹੀਂ ਹੈਗੇ, ਇਹ ਇੱਕ ਰਤਨ ਆ, ਇਹ ਮਾਲਕ ਦੇ ਮੁਖ ਦੀ ਆਵਾਜ਼ ਆ, ਇਹ ਸਾਡੇ ਘਰ ਦਾ ਉਹ ਸੰਦੇਸ਼ਾ ਆ ਜਿਹਨੂੰ ਸੁਣ ਕੇ ਅਸੀਂ ਆਪ ਦੇ ਮੂਲ ਦੇ ਵਿੱਚ, ਸੱਚ ਦੇ ਵਿੱਚ ਸਮਾ ਸਕਦੇ ਹਾਂ। ਕਿਉਂਕਿ ਹਜੇ ਤੁਹਾਡਾ ਅਨਹਦ ਬਾਣੀ ਦੇ ਨਾਲ, ਸ਼ਬਦ ਦੇ ਨਾਲ ਪਿਆਰ ਨਹੀਂ ਪਿਆ, ਇਸ ਕਰਕੇ ਤੁਹਾਡੇ ਮਨ ਦੀ ਅਵਸਥਾ ਨਹੀਂ। ਇਹਨੂੰ ਵਾਰ ਸੁਣਨਾ, ਤੇ ਇਹ ਪਹਿਲੋਂ ਕੱਲਾ ਸੁਣਿਆ ਵੀ ਨਹੀਂ ਜਾਂਦਾ, ਕਿਉਂਕਿ ਮਨ ਫਿਰ ਉੱਥੇ ਹੀ ਭਾਸ਼ਾ, ਜਿਹੜੀ ਭਾਸ਼ਾ ਨਾਲ ਪਿਆਰ ਹੈ, ਉਧਰ ਫਿਰ ਚੱਲ ਕੇ ਕਾਲ ਦੇ ਦੇਸ਼ ਦੀ ਭਾਸ਼ਾ ਵਿੱਚ ਚਲਾ ਜਾਂਦਾ। ਸਾਡੇ ਦੇਸ਼ ਦੀ ਭਾਸ਼ਾ ਅਨਹਦ ਆ, ਕਾਲ ਦੇ ਦੇਸ਼ ਦੀ ਭਾਸ਼ਾ ਇੱਧਰ ਆਕਾਰਾਂ ਦੇ ਵਿੱਚ ਬੋਲਣ ਦੇ ਲਈ ਜੀਭਾ ਨੂੰ ਵਲ ਦੇਣਾ ਪੈਂਦਾ ਹੈ, ਸਰੀਰ ਦਾ ਜ਼ੋਰ ਲੱਗਦਾ, ਰੋਮਾਂ ਦਾ ਜ਼ੋਰ ਲੱਗਦਾ ਹੈ, ਪਾਉਣ ਦੁਆਰਾ ਇਹ ਆਉਂਦੀ ਹੈ। ਇੱਧਰ ਫਿਰ ਇਹਨੇ ਭਾਸ਼ਾ ਨੂੰ ਅੱਡ ਵੰਡ ਦਿੱਤਾ ਹੈ। ਹੈਗੇ ਤਾਂ ਜੀਭਾ ਦੇ ਵਲ ਨੇ, ਜਿਭ ਦਾ ਵਲ ਹੀ ਹੈ ਜਾਂ ਹੋਠਾਂ ਦਾ ਹੈ, ਹੋਰ ਤਾਂ ਕੁਝ ਨਹੀਂ। ਉਹਨੂੰ ਕਹਿੰਦਾ ਜਿਹੜੇ ਕੋ ਜੀਭਾ ਦੇ ਵਲ ਥੋੜਾ ਜਿਹਾ ਹੋਰ ਦੂਜੇ ਤਰੀਕੇ ਨਾਲ ਦਿੰਦੇ, ਕਹਿੰਦੇ ਇੰਗਲਿਸ਼ ਆਹ ਬੋਲੋ, ਕਹਿੰਦਾ ਐ ਜਿਭ ਨੂੰ ਵਲ ਦੇ ਕੇ ਦਿਖਾਓ। ਹਾਂਜੀ, ਜਿਹਨੂੰ ਕਹਿੰਦਾ ਇੰਗਲਿਸ਼ ਨਹੀਂ ਆਉਂਦੀ ਉਹ ਕੋ ਬੰਦਾ, ਉਹ ਤਾਂ ਗਵਾਰ। ਜਿਹਨੂੰ ਕਹਿੰਦਾ ਹਿੰਦੀ ਉਹ ਉਸ ਤਰੀਕੇ ਬੋਲੇ, ਹੈ ਜੀਭਾ ਦੇ ਵਲ ਪਾਉਣ ਨੂੰ ਰੋਕ ਕੇ ਉਸ ਹਿਸਾਬ ਨਾਲ ਛੱਡਣਾ ਹੁੰਦਾ। ਹੁਣ ਜਿਵੇਂ ਆਪਾਂ ਇਹ ਉਵੇਂ ਪਾਉਣ ਨੂੰ ਛੱਡਿਆ, BCD, ਹਾਂਜੀ, ਗੋਡ ਇਜ਼ ਪਾਵਰਫੁਲ, ਇਹਦੇ ਵਿੱਚ ਜੀਭਾ ਤੇ ਪਾਉਣ ਦਾ ਸੰਤੁਲਨ ਉਵੇਂ ਬਣਾਇਆ। ਤੇ ਹਿੰਦੀ ਬੋਲੀ ਭਗਵਾਨ ਬਹੁਤ ਸ਼ਕਤੀਸ਼ਾਲੀ ਹੈ, ਉਵੇਂ ਜੀਭਾ ਦਾ ਵਲ ਦੇਤਾ। ਤੇ ਪੰਜਾਬੀ ਬੋਲੀ ਰੱਬ ਬਹੁਤ ਜ਼ਿਆਦਾ ਸ਼ਕਤੀ ਦਾ ਮਾਲਕ ਹੈ, ਲਓ ਐਂ ਦੇ ਦਿੱਤੀ। ਫਰਕ ਤਾਂ ਕੋਈ ਨਹੀਂ, ਪਰ ਉਹ ਉਧਰ ਉਸ ਭਾਸ਼ਾ ਦੀ ਮੈਜੋਰਟੀ ਜ਼ਿਆਦਾ, ਕਿਉਂਕਿ ਗੋਰੇ ਅੰਗਰੇਜ਼ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਗੁਰਮੁਖ, ਉਹ ਜ਼ਿਆਦਾ ਨੇ ਤਾਦਾਦ 'ਚ, ਤੇ ਉਹਨਾਂ ਦੀ ਇੱਕ ਭਾਸ਼ਾ। ਸੋ ਇਸ ਕਰਕੇ ਇਹ ਕਹਾਣੀ ਫਰਕ ਪਾ ਦਿੱਤਾ। ਪਰ ਜੋ ਪੰਜਾਬੀ ਭਾਸ਼ਾ ਹੈ, ਗੁਰਮੁਖੀ ਭਾਸ਼ਾ ਹੈ, ਇਸ ਭਾਸ਼ਾ ਤੋਂ ਵੱਡਾ ਹੋਰ ਕੋਈ ਵੀ ਨਹੀਂ। ਉਹਦਾ ਵੀ ਕਾਰਨ, ਇਸ ਭਾਸ਼ਾ ਤੋਂ, ਇਸ ਭਾਸ਼ਾ ਦੇ ਬਰਾਬਰ ਹੋਰ ਕੋਈ ਵੀ ਭਾਸ਼ਾ ਨਹੀਂ ਹੈਗੀ। ਹੁਣ ਇਹ ਅਸੀਂ ਬੁੱਝਣ ਆਇਆ ਵੀ ਉਹ ਕਿਵੇਂ ਜੀ। ਇਹ ਨਹੀਂ ਕਿ ਮੈਂ ਇਕੱਲਾ ਭਾਵ ਦੇ ਵਿੱਚ ਆ ਕੇ ਕਹਿ ਰਿਹਾ ਵੀ ਇਸ ਭਾਸ਼ਾ ਤੋਂ ਵੱਡੀ ਕੋਈ ਭਾਸ਼ਾ ਹੀ ਨਹੀਂ ਹੈਗੀ। ਜਿੰਨੀ ਇਸ ਭਾਸ਼ਾ ਦੇ ਵਿੱਚ ਪਾਵਰ ਆ, ਉਨੀ ਪਾਵਰ ਕਿਸੇ ਹੋਰ ਭਾਸ਼ਾ ਦੇ ਵਿੱਚ ਹੈ ਹੀ ਨਹੀਂ। ਠੀਕ ਹੈ ਨਾ ਜੀ, ਉਨੀ ਕਿਸੇ ਹੋਰ ਲੈਂਗੁਏਜ ਦੇ ਵਿੱਚ ਜਾਣ ਹੈ ਹੀ ਨਹੀਂ। ਹੈ ਤਾਂ ਇਹ ਵੀ ਪਾਉਣ ਦੀ ਭਾਸ਼ਾ, ਪਰ ਇਹ ਗੁਰੂ ਨਾਨਕ ਸਾਹਿਬ ਨੇ ਬਣਾਈ ਤੇ ਬਹੁਤ ਕੁਝ ਸੋਚ ਕੇ ਬਣਾਈ, ਤੇ ਇੰਨੀ ਐਡਵਾਂਸ ਦੇ ਵਿੱਚ ਬਣਾਈ ਕਿ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੂਰੇ ਸੰਸਾਰ ਦੀ ਭਾਸ਼ਾ
ਕੋਈ ਹੋਊਗੀ, ਇੰਟਰਨੈਸ਼ਨਲ ਲੈਂਗੁਏਜ ਕੋਈ ਹੋਊਗੀ, ਵੈਸੇ ਤਾਂ ਸਾਰੀਆਂ ਭਾਸ਼ਾ ਹੀ ਰਹਿਣਗੀਆਂ, ਤੇ ਉਹ ਪੰਜਾਬੀ ਹੋਊਗੀ। ਜੇ ਬ੍ਰਹਮ ਦਾ ਗਿਆਨ ਚੱਲੂਗਾ ਉਹ ਪੰਜਾਬੀ 'ਚ ਚੱਲੂਗਾ। ਜਿਹਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਗਿਆਨ ਲੈਣਾ ਹੋਊਗਾ ਉਹਨੂੰ ਪੰਜਾਬੀ ਸਿੱਖਣੀ ਜ਼ਰੂਰੀ ਹੋਊਗੀ। ਉਹ ਪੰਜਾਬੀ ਤੋਂ ਬਿਨਾ ਸੱਚ ਦਾ ਭੇਤ ਨਹੀਂ ਲੈ ਸਕੂਗਾ। ਇਹਦੀ ਹੁਣ ਮੈਂ ਵਰਣਨ ਕਰਦਾ। ਅੱਜ ਮੈਂ ਅੱਖਰਾਂ ਤੇ ਹੀ ਚੱਲ ਰਿਹਾ ਸਿਰਫ। ਜੇ ਹੁਣ ਆਪਾਂ ਦੇਖਦੇ ਹਾਂ ਕਿ ਇੰਗਲਿਸ਼ ਦੇ ਵਿੱਚ 5 ਵੋਵਲਸ ਨੇ, 5 ਧੁਨੀਆਂ ਨੇ, AEIOU। ਉਹਦੇ ਵਿੱਚ 5 ਧੁਨੀਆਂ ਨੇ ਨਾ ਜੀ, AEIOU ਵੋਵਲਸ ਆਪਾਂ ਜਿਹਨੂੰ ਕਹਿੰਦੇ ਆ, ਉਹਦੇ 5 ਧੁਨੀਆਂ। ਹਿੰਦੀ ਦੇ ਵਿੱਚ ਨੇ ਐ, ਆ, ਈ, ਊ ਹੈ, ਉਹਦੇ 'ਚ ਵੀ ਇਹੀ ਐ, ਨਾਰ, ਆਮ, ਇਹ ਵੋਵਲਸ ਹੁੰਦੇ ਨੇ ਨਾ ਧੁਨੀਆਂ, ਐ, ਆ, ਈ, ਊ। ਠੀਕ ਹੈ। ਮੈਂ ਤੁਹਾਨੂੰ ਆਪਦੀ ਮਾਂ ਬੋਲੀ ਦਾ ਵੀ ਪਤਾ ਹੋਣਾ ਚਾਹੀਦਾ, ਕਿਉਂਕਿ ਇਹ ਮਾਂ ਬੋਲੀ ਕਿਉਂ ਹੈ? ਸਾਡੇ ਬਾਬੇ ਨਾਨਕ ਨੇ ਪ੍ਰਗਟ ਕੀਤੀ ਆ, ਗੁਰੂ ਅੰਗਦ ਦੇਵ ਨੇ ਇਹਨੂੰ ਸ਼ਿੰਗਾਰਿਆ। ਪਰ ਸਾਡੀ ਅੱਛਾ, ਉਹਨਾਂ ਦਾ ABCDEFGHIJKLMN ਕੋਈ ਤਰਤੀਬ ਨਹੀਂ। ਜੋ ਹਿੰਦੀ ਭਾਸ਼ਾ ਦੇ ਵਿੱਚ ਹੈ ਕਹਿ ਖੈ ਗੈ ਗੈ, ਕੋਈ ਤਰਤੀਬ ਨਹੀਂ। ਹੁਣ ਮੈਂ ਦੱਸਦਾ। ਹੁਣ ਆਪਾਂ ਜੇ ਪੰਜਾਬੀ ਵਰਨਮਾਲਾ ਦਾ ਲੈ ਲਈਏ ਤਾਂ ਦੇਖੋ, ਜਿਹੜੇ ਊੜਾ, ਐੜਾ, ਈੜੀ, ਸੱਸਾ, ਹਾਹਾ ਇਹ ਧੁਨੀਆਂ ਹੋ ਗਈਆਂ, ਇਹ ਉੱਚੇ ਸਵਰ ਹੋ ਗਏ। ਤੇ ਛੱਛਾ, ਖੱਖਾ, ਗੱਗਾ, ਜੱਜਾ, ਫੱਫਾ, ਲੱਲਾ ਇਹ ਨੀਵੇਂ ਸਵਰ ਹੋ ਗਏ। ਠੀਕ ਹੈ ਜੀ। 10 ਤਾਂ ਸਵਰ ਨੇ ਇਹਦੇ 'ਚ, 10 ਤਾਂ ਧੁਨੀਆਂ ਨੇ। ਪਰ ਜਿਹੜੀ ਭਾਸ਼ਾ ਦੀ ਤਰਤੀਬ ਹੈ ਉਹ ਦੇਖੋ। ਪਹਿਲੋਂ ਪੰਕਤੀ ਲਓ ਤੁਸੀਂ, ਜਿਹਨਾਂ ਨੂੰ ਊੜਾ ਐੜਾ ਆਉਂਦਾ ਹੈ, ਨਹੀਂ ਆਉਂਦਾ ਤੇ ਕੱਢ ਲਿਓ। ਕੱਕਾ, ਖੱਖਾ, ਗੱਗਾ, ਘੱਗਾ, ঙੰਘਾ। ਦੇਖੋ, ਬੋਲ ਕੇ ਦੇਖੋ ਜੀ। ਕੱਕਾ, ਖੱਖਾ, ਗੱਗਾ, ਘੱਗਾ, ঙੰਘਾ। ਇਹਦੇ ਵਿੱਚ ਸਾਡੀ ਜੀਵਾ ਜਿਹੜੀ ਆ ਉਹ ਬਿਲਕੁਲ ਤਾਲੂ ਦੇ ਪਿਛਲੇ ਪਾਸੇ, ਜਿੱਥੇ ਇੱਕ ਸਾਡੇ ਮਾਸ ਦਾ ਟੁਕੜਾ, ਉੱਥੇ ਲੱਗਦੀ ਪਈ ਆ। ਕੱਕਾ, ਖੱਖਾ, ਗੱਗਾ, ਘੱਗਾ, ঙੰਘਾ ਪਿੱਛੇ ਲੱਗ ਰਹੀ ਹੈ ਜੀਵਾ। ਫਿਰ ਅਗਲੀ ਪੰਕਤੀ ਆਓ, ਚੱਚਾ, ਛੱਛਾ, ਜੱਜਾ, ਝੱਜਾ, ঞੰਆਂ। ਹੁਣ ਸਾਡੀ ਜੀਵਾ ਕਿੱਥੇ ਆ ਗਈ? ਤਾਲੂ ਦੇ ਪਿਛਲੇ ਪਾਸੇ, ਸੈਂਟਰ ਦੇ ਵਿੱਚ ਆ ਗਈ। ਠੀਕ ਹੈ ਨਾ ਜੀ। ਚੱਚਾ, ਛੱਛਾ, ਜੱਜਾ, ਝੱਜਾ, ঞੰਆਂ ਤਾਲੂ ਦੇ ਸੈਂਟਰ 'ਚ ਆ ਗਈ। ਫਿਰ ਅਗਲੀ ਪੰਕਤੀ ਬੋਲੋ, ਟੈਂਕਾ, ਠੱਠਾ, ਡੱਡਾ, ਢੱਡਾ, ਅਣਾਣਾ। ਹੁਣ ਜੀਵਾ ਕਿੱਥੇ ਆ ਗਈ? ਸੈਂਟਰ ਤੋਂ ਅਗਲੇ ਬੰਨੇ ਆ ਗਈ। ਟੈਂਕਾ, ਠੱਠਾ, ਡੱਡਾ, ਢੱਡਾ, ਅਣਾਣਾ। ਹੁਣ ਅਗਲੀ ਬੋਲੋ, ਤੱਤਾ, ਥੱਥਾ, ਦੱਦਾ, ਧੱਦਾ, ਨੰਨਾ। ਹੁਣ ਜੀਵਾ ਕਿੱਥੇ ਆ ਗਈ? ਦੰਦਾਂ ਤੇ ਆ ਗਈ। ਦੇਖੋ ਕਿੱਥੋਂ ਪਿੱਛੋਂ ਚੱਲ ਰਹੀਆਂ ਨੇ ਧੁਨੀਆਂ। ਪਹਿਲੜੀ ਕਿੱਥੇ ਸੀ? ਕੱਕਾ, ਖੱਖਾ, ਗੱਗਾ, ਘੰਗਾ, ঙੰਘਾ ਪਹਿਲਾਂ ਸਭ ਤੋਂ ਪਿੱਛੇ, ਫਿਰ ਚੱਚਾ, ਛੱਛਾ, ਜੱਜਾ, ਝੱਜਾ, ঞੰਆਂ, ਫਿਰ ਤਾਲੂ ਦੇ ਸੈਂਟਰ 'ਚ, ਫਿਰ ਟੈਂਕਾ, ਠੱਠਾ, ਡੱਡਾ, ਢੱਡਾ, ਅਣਾਣਾ, ਫਿਰ ਤਾਲੂ ਦੇ ਅਗਲੇ ਬੰਨੇ, ਫਿਰ ਤੱਤਾ, ਥੱਥਾ, ਦੱਦਾ, ਧੱਦਾ, ਨੰਨਾ। ਇਹ ਪੂਰੀ ਤਰਤੀਬ ਆ। ਫਿਰ ਆ ਗਈ ਦੰਦਾਂ ਤੇ, ਫਿਰ ਕੀ ਆ ਗਿਆ? ਪੱਪਾ, ਫੱਫਾ, ਬੱਬਾ, ਭੱਬਾ, ਮੰਮਾ ਆ ਗਈ ਬੁੱਲਾਂ ਤੇ ਫਿਰ ਯਈਆ, ਰਾਰਾ, ਲੱਲਾ, ਵਾਵਾ, ਡਾੜਾ ਇਹ ਅੱਗੇ ਫਿਰ ਵੋਵਲਸ ਦੇ ਵਿੱਚ ਆ ਗਏ। ਇਹ ਨੀਵੇਂ ਸਵਰ ਆ ਗਏ, ਯਈਆ, ਰਾਰਾ, ਲੱਲਾ, ਵਾਵਾ, ਡਾੜਾ, ਨਾ। ਇਹ ਨੀਵੇਂ ਨਿਚਲੇ ਹੋਠ ਤੇ ਆ ਰਹੇ ਆ, ਤੇ ਉੱਪਰ ਵਾਲੇ ਕਿਹੜੇ ਸੀ? ਊੜਾ, ਐੜਾ, ਈੜੀ, ਸੱਸਾ, ਹਾਹਾ ਉਹ ਉੱਪਰਲੇ ਪਾਸੇ ਜਾ ਰਹੇ ਆ, ਉਹ ਆਕਾਸ਼ 'ਚ ਜਾ ਰਿਹਾ। ਊੜਾ, ਐੜਾ, ਈੜੀ, ਸੱਸਾ, ਹਾਹਾ। ਤੇ ਥੱਲੜੇ ਵਾਲੇ ਯਈਆ, ਰਾਰਾ, ਲੱਲਾ, ਵਾਵਾ, ਡਾੜਾ ਇਹ ਨੀਚੇ ਵਾਲੇ ਤੇ ਆ ਰਹੇ। ਪਰ ਤਰਤੀਬ ਦੇਖੋ, ਬਾਬੇ ਨਾਨਕ ਦੀ ਭਾਸ਼ਾ ਇਹ ਪੂਰੀ ਤਰਤੀਬ ਦੇ ਨਾਲ। ਔਰ ਜਿੰਨੀਆਂ ਧੁਨੀਆਂ ਅੱਜ ਸਿੱਧ ਹੋ ਚੁੱਕਿਆ, ਜਿੰਨੀਆਂ ਧੁਨੀਆਂ ਗੁਰਮੁਖੀ ਲੈਂਗੁਏਜ ਤੇ ਪੰਜਾਬੀ ਭਾਸ਼ਾ ਦੇ ਵਿੱਚ ਨੇ, ਔਰ ਇਹਦਾ ਸਮੀਕਰਨ ਬਣਾਇਆ ਗਿਆ, ਉਹਨਾਂ ਵਰਲਡ ਦੀ ਕਿਸੇ ਵੀ ਭਾਸ਼ਾ ਦੇ ਵਿੱਚ ਇੰਨੀਆਂ ਧੁਨੀਆਂ ਨਹੀਂ ਹੈਗੀਆਂ ਤੇ ਇੰਨੀ ਤਰਤੀਬ ਨਹੀਂ ਹੈਗੀ ਜਿਹੜੀ ਭਾਸ਼ਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਿਖੇ ਗਏ ਆ। ਤੇ ਜੇ ਹੁਣ ਕਿਸੇ ਨੇ ਗੁਰਬਾਣੀ ਪੜ੍ਹਨੀ ਹੈ ਤੇ ਉਹਨੂੰ ਪੰਜਾਬੀ ਸਿੱਖਣੀ ਪੈਣੀ ਆ। ਜਦੋਂ ਬ੍ਰਹਮ ਦਾ ਗਿਆਨ ਹੌਲੀ ਹੌਲੀ ਵੱਧ ਗਿਆ ਨਾ, ਉਹਨੇ ਹੁਣ ਜੇ ਗੁਰੂ ਗ੍ਰੰਥ ਸਾਹਿਬ ਦੀ ਖੋਜ ਕਰਨੀ, ਉਹਨੂੰ ਪੰਜਾਬੀ ਸਿੱਖਣੀ ਪੈਣੀ ਹੈ। ਕਿਉਂਕਿ ਅਗਲਾ ਕਹੂ ਵੀ ਇੰਗਲਿਸ਼ 'ਚ ਵੀ ਮਹਾਰਾਜ ਟਰਾਂਸਲੇਟ ਹੋ ਗਏ। ਉਹ ਤਾਂ ਇੱਕ ਟੀਕਾ ਹੀ ਟਰਾਂਸਲੇਟ ਕੀਤਾ ਨਾ, ਉਹ ਤਾਂ ਟੀਕਾ ਟਰਾਂਸਲੇਟ ਕਰਤਾ। ਇੰਗਲਿਸ਼ ਵਿੱਚ
ਦ ਸੁਪਰੀਮ ਇਜ਼ ਵਨ, ਦ ਲॉर्ड ਇਜ਼ ਵਨ, ਜਾਂ ਦ ਨੇਮ ਇਜ਼ ਟਰੁੱਥ, ਉਹ ਤਾਂ ਉਹ ਆ ਨਾ, ਇਹ ਤਾਂ ਟੀਕਾ ਆ। ਤੇ ਹਿੰਦੀ ਵਿੱਚ ਹੈ ਜਿਹੜਾ, ਹਿੰਦੀ ਵਿੱਚ ਤੁਸੀਂ ਕਦੇ ਗੁਰਬਾਣੀ ਪੜ੍ਹੀ ਹੈ? ਉਹ ਅੱਧੇ ਕੁਲਝ ਜਾਂਦੇ ਆ, ਕਿਤੇ ਛੋਟੇ ਉਹ ਦੀ ਮਾਤਰਾ, ਵੱਡੇ ਉਹ ਦੀ ਮਾਤਰਾ। ਜੇ ਤੁਸੀਂ ਗੁਰਬਾਣੀ ਗੁਰੂ ਦਾ ਅਸਲ ਭੇਤ ਲੈਣਾ ਚਾਹੁੰਦੇ ਹੋ ਤੇ ਪੰਜਾਬੀ ਗੁਰਮੁਖੀ ਤੁਹਾਨੂੰ ਸਿੱਖਣੀ ਪੈਣੀ ਆ। ਤੇ ਪਿੱਛੇ ਜੀ ਇਹ ਸ਼ੋਧ ਹੋਇਆ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ, ਸ਼ਾਇਦ ਉਹ ਸੌਫਟਵੇਅਰ ਕੰਪਲੀਟ ਹੋ ਗਿਆ ਹੋਵੇ। ਇਹ ਜਿਵੇਂ ਆਪਾਂ ਅੱਜ ਕੱਲ ਮੋਬਾਈਲ ਨੂੰ ਐ ਬੋਲ ਕੇ ਨਹੀਂ ਵੌਇਸ ਕਮਾਂਡ ਦੇ ਕੇ ਚਲਾਉਨੇ ਆ, ਕੰਪਿਊਟਰ ਲੈਪਟਾਪ ਨੂੰ ਵੌਇਸ ਕਮਾਂਡ ਦੇ ਕੇ ਚਲਾਉਨੇ ਆ, ਪਰ ਤੁਸੀਂ ਦੇਖਿਆ ਹੋਣਾ ਵੀ ਕਈ ਵਾਰੀ ਆਪਾਂ ਗੂਗਲ ਤੇ ਜਾਂ ਮੋਬਾਈਲ 'ਚ ਕੁਝ ਬੋਲਦੇ ਆ, ਉਹ ਟਾਈਪ ਕੁਝ ਹੋਰ ਕਰ ਦਿੰਦਾ। ਆਪਾਂ ਬੋਲਦੇ ਆ ਨਾ ਕਈ ਵਾਰੀ ਕੰਟੈਕਟ ਦਾ ਨੇਮ ਕੁਝ ਹੋਰ ਬੋਲਦੇ ਆ, ਉਹ ਟਾਈਪ ਉਹ ਕੱਢ ਕੁਝ ਹੋਰ ਦਿੰਦਾ, ਕਿਉਂਕਿ ਜਿਹੜੀਆਂ ਆਪਣੇ ਮੁੱਖ ਦੇ ਵਿੱਚੋਂ ਧੁਨੀਆਂ ਨਿਕਲਦੀਆਂ ਪਈਆਂ ਨੇ ਉਹ ਜ਼ਿਆਦਾ ਨੇ। ਜੋ ਗੂਗਲ ਦੇ ਵਿੱਚ ਜਾਂ ਵੌਇਸ ਕਮਾਂਡ ਦੇ ਵਿੱਚ ਉਹਦੇ ਚ ਪਾਇਆ ਗਿਆ ਉਹ ਇੰਗਲਿਸ਼ ਲੈਂਗੁਏਜ ਹੈ, ਉਹਦੀਆਂ ਧੁਨੀਆਂ ਘੱਟ ਨੇ। ਸੋ ਆਪਣੇ ਮੁੱਖ ਦੀਆਂ ਧੁਨੀਆਂ ਜ਼ਿਆਦਾ ਹੋਣ ਕਰਕੇ ਉਹ ਅੱਗੋਂ ਸੌਫਟਵੇਅਰ ਉਨੀ ਧੁਨੀ ਨੂੰ ਫੜਦਾ ਨਹੀਂ ਜਿੰਨੀਆਂ ਕੁ ਉਹਦੇ ਚ ਪਾਈਆਂ ਨੇ, ਇਸ ਕਰਕੇ ਉਹ ਗਲਤ ਕੱਢ ਦਿੰਦਾ। ਫਿਰ ਉਹ ਕਹਿੰਦੇ ਨਾ ਆਰਾਮ ਨਾਲ ਬੋਲ, ਅੰਗਰੇਜ਼ਾਂ ਤਰ੍ਹਾਂ ਬੋਲ। ਗੂਗਲ ਨੂੰ ਬੋਲ ਕੇ ਵੀ ਚਲਾਉਂਦੇ ਆ ਨਾ ਅੱਜ ਕੱਲ। ਇਹ ਬ੍ਰਹਮ ਦੇ ਵਿਸ਼ੇ ਦੇ ਨਾਲ ਜੋੜੂੰਗਾ ਮੈਂ ਇਹਨੂੰ ਵੀ ਬਾਬੇ ਨਾਨਕ ਨੇ ਗਿਆਨ ਤਾਂ ਦਿੱਤਾ, ਤੁਹਾਨੂੰ ਲੈਂਗੁਏਜ ਕਿੰਨੀ ਵੱਡੀ ਦਿੱਤੀ ਆ ਜਿਹਨੂੰ ਤੁਸੀਂ ਬੋਲਣ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਹੋ। ਇਹ ਐਵੇਂ ਦੀ ਲੈਂਗੁਏਜ, ਇਹ ਹੀਰਾ ਹੈ, ਰਤਨ ਹੈ, ਇਹ ਖਤਮ ਨਹੀਂ ਹੋ ਸਕਦੀ। ਜੇ ਕੋਈ ਕਵੇ ਜੀ ਇਹਨੂੰ ਖਤਰਾ ਹੈ, ਠੀਕ ਹੈ ਅੱਜ ਤਦਾਦ ਘਟ ਗਈ ਹੈ, ਪਰ ਜਿੱਦਣ ਬ੍ਰਹਮ ਦਾ ਗਿਆਨ ਚੱਲ ਪਿਆ, ਗੁਰਬਾਣੀ ਗੁਰੂ ਦਾ ਨਾਮ ਡੰਕਾ ਬੋਲੇਗਾ ਤੇ ਫਿਰ ਪੰਜਾਬੀ ਵੀ ਨਾਲੋਂ ਨਾਲ ਹੀ ਸਿੱਖਣੀ ਪੈਣੀ ਆ। ਅਸੀਂ ਐਲਟ ਕਰਦੇ ਆ, ਉਹਨਾਂ ਪੰਜਾਬੀ ਲੈਟ ਕਰਨਾ। ਫਿਰ ਉਹ ਕਹਿਣਗੇ ਵੀ ਸਾਨੂੰ ਸਿਖਾਓਗੇ ਕੀ? ਤੁਹਾਡੇ ਬਾਬੇ ਨਾਨਕ ਨੇ ਭਾਸ਼ਾ ਦਿੱਤੀ। ਇੰਨਾ ਵੱਡਾ ਫਿਲਾਸਫਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੋ 500 ਸਾਲ ਪਹਿਲਾਂ ਪੂਰੇ ਬ੍ਰਹਿਮੰਡ ਦੀ ਖੋਜ ਕਰਕੇ ਦੇ ਗਏ, ਤੇ ਜੇ ਉਹ ਇੱਕ ਨਵੇਕਲੀ ਭਾਸ਼ਾ ਦੇ ਕੇ ਗਏ ਤੇ ਤੁਸੀਂ ਇਹ ਨਹੀਂ ਸਮਝੇ ਵੀ ਇਹ ਭਾਸ਼ਾ ਜੋ ਇੰਨਾ ਵੱਡਾ ਫਿਲਾਸਫਰ ਦੇ ਗਿਆ ਵੀ ਇਹਦੇ ਚ ਜ਼ਰੂਰ ਕੁਝ ਖਾਸ ਹੋਊਗਾ, ਤਾਂ ਹੀ ਉਹ ਦੇ ਕੇ ਗਿਆ। ਉਹ ਵੀ ਦੇ ਜਾਂਦੇ ਸਾਨੂੰ ਜੋ ਮੌਜੂਦਾ ਭਾਸ਼ਾ ਸੀ ਉਹਨਾਂ 'ਚ ਗਿਆਨ, ਪਰ ਉਹਨਾਂ ਨੇ ਨਵਾਂ ਕੱਢਿਆ। ਕਿਉਂ? ਕਿਉਂਕਿ ਇਹ ਜਿੰਨਾ ਖੋਜੋਗੇ ਪੰਜਾਬੀ ਮਾਂ ਬੋਲੀ ਫਖਰ ਮਹਿਸੂਸ ਕਰਿਆ ਕਰੋ। ਇਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹੁਣ ਸੌਫਟਵੇਅਰ ਬਣਾਇਆ ਸੀ ਵੀ ਪੰਜਾਬੀ ਲੈਂਗੁਏਜ ਨੂੰ ਫਿੱਟ ਕੀਤਾ ਜਾਵੇ ਕੰਪਿਊਟਰ ਜਾਂ ਮੋਬਾਈਲ ਦੇ ਵਿੱਚ। ਉਹ ਸੌਫਟਵੇਅਰ 2015 ਦੇ ਵਿੱਚ 97% ਕੰਪਲੀਟ ਹੋ ਗਿਆ ਸੀ, ਹੁਣ ਨਹੀਂ ਮੈਨੂੰ ਜਾਣਕਾਰੀ। ਤੇ ਉਹ ਕਹਿੰਦੇ ਸੀ ਵੀ ਜੇ ਕੋਈ ਕੰਪਿਊਟਰ ਨੂੰ ਫਟਾਫਟ ਬਿਨਾਂ ਕਿਸੇ ਗਲਤੀ ਤੋਂ ਬੋਲ ਕੇ ਚਲਾਉਣਾ ਚਾਹੁੰਦਾ ਹੈ ਤੇ ਉਹ ਪੰਜਾਬੀ ਲੈਂਗੁਏਜ 'ਚ ਹੀ ਚੱਲ ਸਕਦਾ ਹੈ, ਕਿਉਂਕਿ ਜਿੰਨੀਆਂ ਸਾਡੇ ਮੁੱਖ ਦੇ ਵਿੱਚੋਂ, ਇੱਕ ਇਨਸਾਨ ਦੇ ਮੁੱਖ ਦੇ ਵਿੱਚੋਂ ਧੁਨੀਆਂ ਨਿਕਲਦੀਆਂ ਨੇ, ਸਾਇੰਸ ਨੇ ਸਰਚ ਕੀਤੀ ਹੈ, ਜਿੰਨੀਆਂ ਇੱਕ ਇਨਸਾਨ ਦੇ ਮੁੱਖ ਦੇ ਵਿੱਚੋਂ ਧੁਨੀਆਂ ਨਿਕਲਦੀਆਂ ਨੇ ਉਹ ਸਾਰੀਆਂ ਪੰਜਾਬੀ ਭਾਸ਼ਾ 'ਚ ਨੇ। ਤੇ ਜੇ ਕਿਸੇ ਨੇ ਬਿਲਕੁਲ ਬਿਨਾਂ ਕਿਸੇ ਕਰੈਕਸ਼ਨ, ਬਿਨਾਂ ਕਿਸੇ ਗਲਤੀ ਤੋਂ ਕੰਪਿਊਟਰ ਚਲਾਉਣਾ ਚਾਹੁੰਦਾ ਹੈ ਤੇ ਉਹਨੂੰ ਪੰਜਾਬੀ ਸਿੱਖਣੀ ਪੈਣੀ ਹੈ। ਸੋ ਪੰਜਾਬੀ ਜੇ ਬ੍ਰਹਮ ਦਾ ਗਿਆਨ, ਸੱਚ, ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਸਮਾਂ ਪੈਣ ਤੇ ਸਿੱਧ ਹੋਊਗੀ ਤੇ ਪੰਜਾਬੀ ਭਾਸ਼ਾ ਵੀ ਸਿੱਧ ਹੋਊਗੀ। ਇਸ ਕਰਕੇ ਇਹਨੂੰ ਨਾ ਛੱਡਿਓ, ਜਿਹੜਾ ਇਹਨੂੰ ਛੱਡ ਗਿਆ ਉਹ ਮੂਰਖ ਹੈ। ਇੰਨੀਆਂ ਧੁਨੀਆਂ ਦਾ ਮਾਲਕ, ਇੰਨੇ ਗਿਆਨ ਦਾ ਮਾਲਕ ਛੱਡ ਕੇ ਉਹਨਾਂ ਭਾਸ਼ਾ ਨੂੰ ਤੁਸੀਂ ਸਿੱਖੋਗੇ ਜਿਨ੍ਹਾਂ ਦੇ ਵਿੱਚ ਧੁਨੀਆਂ ਹੀ ਬਹੁਤ ਘੱਟ ਨੇ। ਕਿਉਂਕਿ ਕੋਈ ਵੀ ਵੱਡੀ ਚੀਜ਼ ਹੁੰਦੀ ਆ ਨਾ, ਵੱਡਾ ਖਜ਼ਾਨਾ ਹੁੰਦਾ ਹੈ, ਉਹਨੂੰ ਸਾਬਤ ਹੋਣ ਦੇ ਵਿੱਚ ਕੁਝ ਸਮਾਂ ਲੱਗਦਾ ਹੁੰਦਾ ਹੈ। ਛੋਟੀਆਂ ਛੋਟੀਆਂ ਚੀਜ਼ਾਂ ਤਾਂ ਲੋਕ ਸਮਝ ਜਾਂਦੇ ਆ। ਇਹ ਪੰਜਾਬੀ ਭਾਸ਼ਾ ਇੰਨੀ ਡੂੰਘੀ ਆ, ਇੰਨੀ ਗੁੰਝਲ ਆ, ਇੰਨਾ ਇਹਦੇ ਵਿੱਚ ਡੀਪਲੀ ਇਹਦੇ ਵਿੱਚ ਗਿਆਨ ਆ ਨਾ ਵੀ ਇਹਨੂੰ ਸਮਝਦੇ ਹਜੇ ਸਮਝਣ ਦੀ, ਮਤਲਬ ਆਪਾਂ ਕਹਿ ਦਈਏ ਕਿ ਬਾਹਲੇ ਲੋਕਾਂ ਦੇ ਸਮਝਣ ਦੀ ਔਕਾਤ ਨਹੀਂ ਬਣੀ ਹਜੇ। ਉਹਨਾਂ ਦਾ ਦਿਮਾਗ ਨਹੀਂ ਇੰਨਾ ਡਿਵੈਲਪ ਹੋਇਆ ਕਿ ਉਹ ਇਹਨੂੰ ਸਮਝ ਸਕਣ। ਪਰ ਇਹ ਜਿਵੇਂ ਬ੍ਰਹਮ ਦਾ ਗਿਆਨ ਜਦੋਂ ਪ੍ਰਗਟ ਹੁੰਦਾ ਹੈ ਉਦੋਂ ਇਹਨੂੰ ਸਿੱਖਣ ਦੀ ਫਿਰ ਜਦੋਂ ਜ਼ਰੂਰਤ ਮਹਿਸੂਸ ਕਰਨਗੇ ਤੇ ਫਿਰ ਕਹਿਣਗੇ ਵੀ ਉਹ ਪੰਜਾਬੀ ਇੰਟਰਨੈਸ਼ਨਲ ਲੈਂਗੁਏਜ ਬਣ ਜਾਏਗੀ। ਇਹ ਸਾਡੀ ਮਾਂ ਬੋਲੀ ਹੈ। ਇਸ ਕਰਕੇ ਹੈ ਤਾਂ ਇਹ ਪਾਉਣ ਦਾ ਹੀ ਵੇਗ ਹੈ ਸਾਰੀਆਂ ਭਾਸ਼ਾ 'ਚ। ਜੋ ਕੋ ਹਰਿਆਣਵੀ ਬੋਲਦਾ ਉਹ ਪਾਉਣ ਤੇ ਬੁੱਲਾਂ ਨੂੰ ਤੇ ਜੀਵਾਂ ਨੂੰ ਉਵੇਂ ਦਾ ਵਲ ਦੇ ਲੈਂਦਾ। ਜੇ ਕੋਈ ਅੰਗਰੇਜ਼ੀ ਬੋਲਦਾ ਉਵੇਂ। ਪੰਜਾਬੀ ਦੇ ਵਿੱਚ ਸਭ ਤੋਂ ਜ਼ਿਆਦਾ ਧੁਨੀਆਂ ਨੇ। ਤੇ ਦੂਜੀ ਗੱਲ ਇਹ ਆ ਵੀ ਮਹਿਸੂਸ ਨਾ ਕਰਿਆ ਕਰੋ। ਪਰ ਜਿਹੜੀ ਸਾਡੇ ਦੇਸ਼ ਦੀ ਭਾਸ਼ਾ ਹੈ ਉਹਦੇ ਵਿੱਚ ਨਾ ਪਾਉਣ, ਨਾ ਬੁੱਲ ਹਿਲਾਉਣ ਦੀ ਲੋੜ, ਨਾ ਗਲਾ, ਨਾ ਜਿੱਬ, ਉਹ ਸਿੱਧੀ ਲਗਾਤਾਰ ਸੁਰਤੀ ਦੁਆਰਾ ਸੁਣੀ ਜਾ ਸਕਦੀ ਹੈ। ਇਸ ਕਰਕੇ ਇਸ ਭਾਸ਼ਾ ਦੇ ਵਿੱਚੋਂ ਅਸੀਂ ਲਾਹਾ ਲੈ ਕੇ ਉਸ ਭਾਸ਼ਾ ਨੂੰ ਪਕੜਨਾ ਹੈ। ਇਸ ਗਿਆਨ ਤੋਂ ਲਾਹਾ ਲੈ ਕੇ ਉਸ ਬ੍ਰਹਮ ਗਿਆਨ ਨੂੰ ਪਕੜਨਾ ਹੈ ਤਾਂ ਕਿ ਅਸੀਂ ਸਦੀਵੀ ਇਹਨਾਂ ਅੱਖਰਾਂ ਚੋਂ ਮੁਕਤ ਹੋ ਜਾਈਏ। ਪਰ ਜੋ ਅੱਖਰ ਸਾਨੂੰ ਦਿੱਤੇ ਆ ਨਾ ਗੁਰਮੁਖੀ ਦੇ, ਵੱਡੇ ਭਾਗਾਂ ਵਾਲੇ ਮਹਿਸੂਸ ਕਰਿਆ ਕਰੋ ਵੀ ਇਹ ਜੇ ਅੱਖਰ ਹੋਰ ਸੰਸਾਰ ਦੇ ਵਿੱਚ ਕੋਈ ਪ੍ਰਗਟ ਨਹੀਂ ਹੋਏ ਅੱਜ ਤੱਕ। ਤੇ ਸਮਾਂ ਪੈਣ ਤੇ ਜਿਹੜਾ ਰਤਨ ਹੈ ਉਹ ਪ੍ਰਗਟ ਹੋ ਜਾਂਦਾ ਹੁੰਦਾ। ਜੇ ਪੰਜਾਬੀ 'ਚ ਕੋਈ ਦਮ ਹੈਗਾ ਤੇ ਪ੍ਰਗਟ ਹੋ ਜਾਊਗਾ, ਪਰ ਉਹਦੇ ਵਾਸਤੇ ਦਿਮਾਗ ਵੀ ਵੱਡਾ ਚਾਹੀਦਾ ਨਾ। ਜਿਵੇਂ ਹੌਲੀ ਹੌਲੀ ਸੰਸਾਰ ਦੀ ਭਗਤੀ ਵਧੂਗੀ ਉਵੇਂ ਉਵੇਂ ਫਿਰ ਇਹ ਸਮਝ ਜਾਣਗੇ।
ਇਹ ਕਦੇ ਇਹ ਭਾਸ਼ਾ ਨੂੰ ਫੇਲ ਨਹੀਂ ਹੋ ਸਕਦੀ ਜਿਹੜੇ ਮੇਰੇ ਗੁਰੂ ਨਾਨਕ ਦੇ ਮੁੱਖ ਤੇ ਹੱਥਾਂ ਦੇ ਵਿੱਚੋਂ ਨਿਕਲੀ ਹੈ। ਸੋ ਮਾਣ ਮਹਿਸੂਸ ਕਰਿਆ ਕਰੋ, ਜਿੱਥੇ ਕਿੱਥੇ ਬੋਲਿਆ ਕਰੋ, ਜਿੱਥੇ ਕਿੱਥੇ ਨੂੰ ਲਿਖਿਆ ਕਰੋ। ਤੁਹਾਡਾ ਲਿਖਣ, ਤੁਹਾਡੇ ਸਿਗਨੇਚਰ, ਤੁਹਾਡਾ ਬੋਲਣ ਪੰਜਾਬੀ ਹੋਣਾ ਚਾਹੀਦਾ। ਦੂਸਰੀਆਂ ਭਾਸ਼ਾ ਵੀ ਸਿੱਖਣੀਆਂ ਬਹੁਤ ਜ਼ਰੂਰੀ ਹੈ, ਪਰ ਇਹਨੂੰ ਵਿਸਾਰਨਾ ਨਹੀਂ। ਜਿੱਥੇ ਜੋ ਮੀਡੀਆ, ਜੋ ਉੱਥੋਂ ਦਾ ਮਾਹੌਲ ਹੈ, ਉਵੇਂ ਦੀ ਭਾਸ਼ਾ ਸਿੱਖ ਲਓ, ਪਰ ਇਹਨੂੰ ਵਿਸਾਰਨਾ ਨਹੀਂ। ਇਹ ਸਾਡੀ ਮਾਂ ਬੋਲੀ ਹੈ। ਸੋ ਇਸ ਕਰਕੇ ਇਹ ਮਾਂ ਬੋਲੀ ਦੇ ਵਿੱਚ ਜਿਹੜਾ ਗਿਆਨ ਪ੍ਰਗਟ ਕੀਤਾ ਹੈ, ਇਸ ਗਿਆਨ ਨੂੰ ਲੈ ਕੇ ਅਸੀਂ ਉਹ ਬ੍ਰਹਮ ਦਾ ਗਿਆਨ ਪ੍ਰਾਪਤ ਕਰਕੇ ਉਸ ਸ਼ਬਦ ਨੂੰ ਪਕੜਨਾ, ਉਸ ਪ੍ਰਕਾਸ਼ ਨੂੰ ਪਕੜਨਾ, ਜਿੱਥੇ ਕੋਈ ਵੀ ਭਾਸ਼ਾ ਨਹੀਂ ਹੈਗੀ, ਨਾ ਉੱਥੇ ਫਿਰ ਪੰਜਾਬੀ, ਨਾ ਹਿੰਦੀ, ਨਾ ਇੰਗਲਿਸ਼। ਇਹ ਸਿਰਫ ਸੰਸਾਰ ਦੇ ਵਿੱਚ ਆ। ਆਓ ਜੀ ਫਿਰ ਆਪਾਂ ਸ਼ਬਦ ਦਾ ਅਭਿਆਸ ਸ਼ੁਰੂ ਕਰਕੇ ਉਸ ਗਿਆਨ ਨੂੰ ਪਕੜੀਏ। ਹਾਂਜੀ, ਕਰੋ ਸ਼ੁਰੂ ਜੀ। ਵਾਹ ਗੁਰੂ, 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 ਵਾਹ ਗੁਰੂ। ਨਾਲ ਨਾਲ ਸੁਰਤੀ ਨੂੰ ਆਵਾਜ਼ 'ਚ ਇਕੱਠਾ ਕਰਦੇ ਆਓ। ਵਾਹ ਗੁਰੂ, ਆਪਦੀ ਆਵਾਜ਼ ਦਾ ਧਿਆਨ ਸਿਰਫ। ਵਾਹ ਗੁਰੂ, 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 ਵਾਹ ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸੇ ਤਰੀਕੇ ਜੋ ਸਾਨੂੰ ਅੱਖਰਾਂ ਦੇ ਵਿੱਚ ਨਾਮ ਦੇ ਦਿੱਤਾ ਗਿਆ, ਸਾਡੀ ਭਾਸ਼ਾ ਦੇ ਵਿੱਚ ਬਾਲਕ ਦਾ ਨਾਮ ਦੱਸ ਦਿੱਤਾ ਗਿਆ ਕਿ ਉਸ ਅਕਾਲ ਪੁਰਖ ਦਾ ਨਾਮ ਵਾਹਿਗੁਰੂ ਹੈ। ਉਸ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਦਿਆਂ ਅਸੀਂ ਸੁਰਤੀ ਨੂੰ ਆਵਾਜ਼ ਦੇ ਵਿੱਚ ਲੈ ਆਉਣਾ, ਆਵਾਜ਼ ਦੇ ਵਿੱਚੋਂ ਲਿਜਾਂਦੇ ਹੋਏ, ਕਿਉਂਕਿ ਆਵਾਜ਼ ਵੀ ਸੁਣ ਦੇ ਵਿੱਚ, ਹਰ ਇੱਕ ਚੀਜ਼ ਸੁਣ ਦੇ ਵਿੱਚ ਸਮਾ ਰਹੀ ਹੈ। ਇਸੇ ਤਰੀਕੇ ਸਾਡੀ ਆਵਾਜ਼ ਪਾਉਣ ਸੁਣ ਸਮਾ ਰਹੀ ਹੈ। ਫਿਰ ਅਸੀਂ ਸੁਣ ਦੇ ਵਿੱਚ ਚਲੇ ਜਾਣਾ ਹੁੰਦਾ। ਨੇਤਰ ਬੰਦ ਕਰਨ ਤੇ ਸਾਹਮਣੇ ਸੁਣ ਹੀ ਹੈ, ਤੇ ਨੇਤਰ ਖੋਲਣ ਤੇ ਵੀ ਸਾਹਮਣੇ ਸੁਣ ਹੈ। ਆਕਾਰਾਂ ਨੂੰ ਛੱਡ ਦਿਓ, ਸਾਰੇ ਪਾਸੇ ਸੁਣ ਹੀ ਸੁਣ ਹੈ। ਫਿਰ ਜਦੋਂ ਇਹਦੇ ਵਿੱਚੋਂ ਸ਼ਬਦ ਪ੍ਰਗਟ ਹੁੰਦਾ ਹੈ, ਉਹ ਸ਼ਬਦ ਨੂੰ ਵਾਰ-ਵਾਰ ਸੁਣਨਾ ਹੈ। ਨਾਲ ਸਿਮਰਨ ਕਰੋ ਤੇ ਨਾਲ ਸਿਮਰਨ ਕਰਦੇ ਕਰਦੇ ਉਸ ਆਵਾਜ਼ ਨੂੰ, ਜੋ ਅਨਹਦ ਬਾਣੀ, ਉਹਨੂੰ ਸੁਣੋ। ਸੁਣ ਸੁਣ ਕੇ ਮਨ ਉਹਦੇ ਨਾਲ ਪਿਆਰ ਪਾਏਗਾ। ਜਦੋਂ ਸੁਣੇਗਾ ਪਿਆਰ ਪਏਗਾ। ਪਿਆਰ ਪੈਂਦਿਆਂ ਸ਼ਬਦ ਦੇ ਅੰਤਰਗਤ ਅੱਗੇ ਦੀ ਅੱਗੇ ਮਨ ਚੱਲੇਗਾ। ਪਿਆਰ, ਜਦੋਂ ਸ਼ਬਦ ਦੇ ਨਾਲ, ਅਨਹਦ ਸ਼ਬਦ ਦੇ ਨਾਲ ਪਿਆਰ ਪੈ ਗਿਆ, ਮਨ ਉਹਦੀ ਭੁੱਖ ਕਰਨ ਲੱਗਾ, ਉਸੇ ਵਕਤ ਅੰਮ੍ਰਿਤ ਰਸ ਪ੍ਰਗਟ ਹੋ ਜਾਣਾ। ਕਿਉਂਕਿ ਮਹਾਰਾਜ ਕਹਿੰਦੇ ਆ, ਅੰਦਰ ਸੀਤਲ ਸ਼ਾਂਤ ਹੈ, ਹਿਰਦੇ ਸਦਾ ਸੁਖ ਹੋਏ, ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ। ਜਦੋਂ ਅੰਮ੍ਰਿਤ ਰਸ ਪ੍ਰਗਟ ਹੋ ਗਿਆ, ਤੁਹਾਡਾ ਮਨ ਸਾਫ਼ ਤੇ ਤੁਹਾਡਾ ਮਨ ਮੁਕਤ ਹੋਣਾ ਸ਼ੁਰੂ ਹੋ ਜਾਏਗਾ। ਤੁਹਾਡਾ ਮਨ ਉਸ ਰਸਤੇ ਦਾ ਪਾਂਧੀ ਬਣ ਜਾਏਗਾ। ਤੁਹਾਡਾ ਮਨ ਪ੍ਰਵਾਨ ਹੋਣਾ ਸ਼ੁਰੂ ਹੋ ਜਾਏਗਾ।
ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਤੁਸੀਂ ਸ਼ਬਦ ਦਾ ਭੇਤ ਲਓ, ਉਹ ਅਨਹਦ ਬਾਣੀ ਦਾ ਭੇਤ ਲਓ। ਇਹ ਨਾ ਹੋਵੇ ਵੀ ਇੱਥੋਂ ਦਾ ਗਿਆਨ ਕਰ ਕਰਕੇ ਇਸੇ ਸ਼ਬਦਾਂ ਦੇ ਵਿੱਚ ਤਾਂ ਫੇਰ ਫਸੇ ਹੋਏ ਆ, ਤੇ ਕਿਤੇ ਗਿਆਨ ਲੈ ਕੇ ਫਿਰ ਇਹਨਾਂ ਸ਼ਬਦਾਂ 'ਚ ਨਾ ਫਸ ਜਿਓ। ਇਸ ਕਰਕੇ ਕਹਿੰਦੇ ਵਾਹਿਗੁਰੂ ਸਿਮਰਨ ਕਰਨਾ ਹੈ, ਪਰ ਉਹਦੇ ਦੁਆਰਾ ਆਪਾਂ ਸਹਿਜ ਜਾਣਾ। ਗਿਆਨ ਵੀ ਲੈਣਾ, ਪਰ ਗਿਆਨ ਦੁਆਰਾ ਵੀ ਆਪਾਂ ਸਹਿਜ ਜਾਣਾ। ਇਹ ਨਹੀਂ ਕਿ ਗਿਆਨ ਲੈ ਕੇ ਪਹਿਲੋਂ ਭਾਸ਼ਾ ਦੇ ਸ਼ਬਦਾਂ 'ਚ ਫਸੇ ਹੋਏ ਆ, ਫਿਰ ਉਹ ਸਤੋਗੁਣੀ ਸ਼ਬਦਾਂ ਨੂੰ ਲੈ ਕੇ ਆਪਾਂ ਫਿਰ ਮਨ ਫਸ ਜਾਵੇ। ਵੀ ਜੇ ਗਿਆਨ ਵੀ ਲੈਣਾ ਹੈ, ਜੇ ਸਿਮਰਨ ਵੀ ਕਰਨਾ ਹੈ, ਜੇ ਕੋ ਖੇਲ ਕਰਨਾ ਵੀ ਹੈ, ਤੇ ਉਹ ਐਸਾ ਕਰਨਾ ਹੈ ਕਿ ਮਨ ਵਿਚਾਰਾਂ ਤੋਂ ਰਹਿਤ ਹੋ ਕੇ ਸਹਿਜ ਚਲਾ ਜਾਵੇ। ਕਿਉਂਕਿ ਖੇਲ ਸਾਡਾ ਜਿਹੜਾ ਦੇਸ਼ ਹੈ ਉਹ ਅਨਹਦ ਹੈ, ਔਰ ਇਹ ਬ੍ਰਹਮ ਦਾ ਪ੍ਰਕਾਸ਼ ਹੈ। ਇਸ ਕਰਕੇ ਭਗਤਾਂ ਨੇ ਬਹੁਤ ਵੱਡਾ ਪ੍ਰੈਕਟੀਕਲ ਕਰਕੇ ਉਹਨਾਂ ਨੇ ਇਹ ਖੇਲ ਜਿੱਤਣ ਦੀ ਸਾਨੂੰ ਸਿੱਖ ਦਿੱਤੀ ਹੈ ਕਿ ਤੁਸੀਂ ਤੁਹਾਡੇ ਹੀ ਜਿਨ੍ਹਾਂ ਦੇ ਵਿੱਚੋਂ ਤੁਸੀਂ ਫਸੇ ਹੋਏ ਹੋ ਉਹਨਾਂ ਦੇ ਵਿੱਚੋਂ ਤੁਸੀਂ ਰਹਿਤ ਹੋਣਾ ਹੈ। ਵਿਚਾਰ ਮਾਰੇ ਤਰੇ ਤਾਰੇ ਉਲਟ ਜੋੜ ਨਾ ਆਵੇ। ਜਿਹਨੇ ਵਿਚਾਰ ਖਤਮ ਕਰ ਲਏ, ਮਨ ਵਿਚਾਰ ਲੈਣੇ ਛੱਡ ਗਿਆ, ਉਹ ਤਰ ਗਿਆ, ਉਹ ਉਲਟਾ ਜੂਨੀਆਂ ਦੇ ਵਿੱਚ ਨਹੀਂ ਆਏਗਾ। ਸੋ ਇਹਨੇ ਬਚਨ ਕਰਦਿਆਂ ਕੁੱਖਰ ਵਾਧਾ ਘਾਟਾ ਸੰਗਤ ਅਤੇ ਗੁਰੂ ਬਖਸ਼ਣ ਯੋਗ ਨੇ। ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।